रह पे द्वारिया रख ले वो दीन दयाल परमत बहारिया भगत वचल तेरा विरद हर पतत उदारिया तुझ नाई कोय बिना मोह सारिया कर जल दयाल सागर संसारिया फिरत फिरत प्रभ आया परया तो सरनाए नानक की प्रभ बेनती अपनी भगति लाए आया दूरों चल के मैं तकी तो सरनाए जियो मैं आशा रखी चित्त में मेरा सबो दुख गवाए जियो दरमा दे ठाडे दरबार तुद बिन सुरत करे को मेरी दर्शन दीजै खोल किवार तुम धन तनी उदार त्यागी सरवण सुन सो जास तुम्हार मांगो काहे रंग सब देखो तुम ही ते मेरो निस्तार जय जो नामा भीपस दामा तिनको कृपा पई है अपार कह कबीर तुम समर्थ दाते चार पदार्थ देत न वार असी खते बहुत कमाव दे अंत न पारावार हर कृपा करके बख्श ले हो हों पापी बड़ गुनहगार हर जियो लेखे वार न आवी तुम बख्श मिला बनखार लेखे कतः न छुटिए खिन खिन पुलन हार बख्शन हार बख्श ले नानक पार उतार गणती गणि नहीं को छुटे काची गागर सर पर फूटे मैं मूर्ख की केत बात है कोट अपराधी तरया रे गुरु नानक जिल सुनिया पेखिया से फिर गर्भास न परया रे जा में अमृत ज्ञान है मानक भगत बैराग श्री गुरु ग्रंथ साहिब उदध बंदों कर अनुराग जा में अमृत ज्ञान है मानक भगत बैराग श्री गुरु ग्रंथ साहिब उदध बंदों कर अनुराग। वाहिगुरु जी का खालसा वाहिगुरु जी की फतेह। सतगुरां दे साजी और नवाजी परम पोष सन्मान खालसा साध संगत जियो अकाल सच्चे पातशाह दी बख्शिश मनुख सिर दी बख्शिश ਲੱਖ 84 ਜੂਨ ਵਿੱਚ ਭਟਕਦਿਆਂ ਨੂੰ ਸੁਨਹਿਰੀ ਅਵਸਰ ਨੂੰ ਬਖਸ਼ਿਆ ਮਾਈ ਭਾਈ ਦੇ ਸਰੀਰ ਦਿੱਤੇ ਹਨ। ਲੱਖ 84 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋਰ ਚੁੱਕ ਕੇ ਆਏ ਜਾਏ ਦੁੱਖ ਪਾਏ ਦਾ ਜਿਹਦੇ ਵਾਸਤੇ ਮਿਲੀਏ ਉਹ ਆਪਾਂ ਕਰ ਲਈਏ। ਮਹਾਰਾਜ ਦੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜਿਨ੍ਹਾਂ ਨੇ ਕਾਲ ਗੋ ਬਾਣੀ साढ़े कलयुगी जियां दी कल्याण वास्ते उच्चारण की है। संगमर मंजी साहब बने जिते 12 माह उच्चारण किया है। उथों दीवान सजा होया है। महाराष्ट्र पातशाह बहुत सौखी सरल बाणी साडी मदर भाषा पंजाबी बहुत ढंग नाल बड़े बड़े वेदा शास्त्रां दे सिद्धांत एक पंक्ति विच निर्णय करके निहाल कर लए हन।
ਮਹਾਰਾਜ ਸਚ ਫਾਲਗੁਣ ਫਾਲਗੁਣ ਫਲਗੁਣ ਆਨੰਦ ਉਪਾਰਜਨਾ। ਫਾਲਗੁਣ ਫਾਲਗੁਣ ਦੋ ਚੀਜ਼ਾਂ ਗੁਣ ਫਲ। ਜਿਨ੍ਹਾਂ ਨੇ ਰਾਤੀ ਰੋਤੀ ਥੀਤੀ ਵਾਰ ਦਿਨ ਰਾਤੀ ਰੱਧ ਪਿਆਰੋ ਨਿਮਕ ਨਾਪ ਕੇ ਜੈ ਢੇਲਾ ਪਹਿਰ ਮੂਰਤ ਪਲ ਗਾਤ ਗਾਤ ਅਨ ਦਿਨ ਅਨੰਦ ਵਿਹਾਨੀ। ਜਿਨ੍ਹਾਂ ਨੇ ਗੁਣ ਧਾਰਨ ਕੀਤੇ ਗੁਣਾਂ ਨੂੰ ਫਲ ਲੱਗਣਾ ਹੈ। ਕਰਨਾ ਮੈਤਰੀ ਮੁਤਤਾ ਸਰਵਣ ਗਿਆਨ ਮਨਨ ਧਿਆਨ ਸਖਿਆਤਾ ਗਿਆਨ ਪੰਜ ਕਾਮ ਕ੍ਰੋਧ ਇਹਨਾਂ ਦਾ ਤਿਆਗ ਸਰਸਪਾਰ ਦਾ ਤਿਆਗ ਕਰਮ ਇੰਦਰੀਏ ਗਿਆਨ ਇੰਦਰੀਏ ਦਮਨ। ਵਿਸ਼ੇਸ਼ ਕਰਕੇ ਜਿਨ੍ਹਾਂ ਨੇ ਕੇਵਲ ਤੇ ਕੇਵਲ ਪਰਮਾਤਮਾ ਦੀ ਪ੍ਰਾਪਤੀ ਨੂੰ ਮੁੱਖ ਮੰਨਿਆ ਹੈ, ਹੋਰ ਚੀਜ਼ਾਂ ਵਾਲੇ ਪਾਸੇ ਖਿਆਲ ਨਹੀਂ, ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਭਗਤਾਂ ਸੰਤਾਂ ਮਹਾਤਮਾ ਨੂੰ ਫਲ ਗੁਣ ਨਿਤ ਉਪਾਰਜਣਾ। ਜਿਹੜੇ ਹਮੇਸ਼ਾ ਚਿੰਤਨ ਕਰ ਰਹੇ ਹਨ ਫਲ ਗੁਣਾਂ ਵਾਲੇ ਹਨ, ਉਹਨਾਂ ਨੂੰ ਫਲ। ਜਿਹੜੇ ਚੰਗੇ ਗੁਣ ਧਾਰ ਰਹੇ ਨੇ ਚੰਗੇ, ਇਹ ਫਗਣ ਦਾ ਮਹੀਨਾ ਬਣਾਉਣਾ ਉਹਨਾਂ ਦਾ। ਜਿਹੜਾ ਰੱਬ ਨੇ ਫਲ ਦਿੱਤਾ ਗਿਆਨ ਪ੍ਰਾਪਤ ਫਗਣ ਦਾ ਮਹੀਨਾ ਹੈ, ਉਹਨਾਂ ਦੀ ਭਗਤੀ ਸਾਧੂ ਮਹਾਤਮਾ ਦੀ ਕੀਤੀ ਹੋਈ ਸਫਲ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦਾ ਅਪਰੋ ਗਿਆਨ ਪ੍ਰਤੱਖ ਹੋ ਗਿਆ। ਇਸ ਤਰ੍ਹਾਂ ਜਿਨ੍ਹਾਂ ਨੇ ਚੰਗੇ ਗੁਣ ਧਾਰਨ ਕੀਤੇ ਨੇ, ਗੁਣਾ ਰੂਪ ਮਹੀਨਾ ਪਰ ਉਹਨੂੰ ਫਲ ਲੱਗ ਗਿਆ। ਹਰ ਸੱਜਣ ਫਲ ਗੁਣ ਆਨੰਦ ਉਪਾਰਜਨਾ। ਪੈਦਾ ਹੋ ਗਏ ਉਹਨਾਂ ਦੇ ਅੰਦਰ ਉਪਾਰਜਨਾ, ਪੈਦਾ ਹੋ ਗਏ ਗਿਆਨ ਆਦਿ ਗੁਣ। ਹਰ ਸੱਜਣ ਪ੍ਰਗਟੇ ਆਏ। ਜਿਵੇਂ ਕੋਈ ਰਾਣੀ ਹੈ, ਰਾਜੇ ਤੋਂ ਵਿਛੜੀ ਹੋਈ ਹੈ, ਉਸ ਨੂੰ ਰਾਜਾ ਮਿਲੇ, ਸੇਜ ਵਿਛਾਈ ਹੋਈ ਹੈ, ਸਜਾਵਟਾਂ ਕੀਤੀ ਹੋਈਆਂ ਹਨ, ਉਹ ਬੜੀ ਖੁਸ਼ ਹੁੰਦੀ ਹੈ ਉਹਦੀ ਗੋਲੀਆਂ ਗਾਲੀਆਂ ਵੀ ਸਾਰਾ ਜਸ ਕਰਦੀਆਂ ਹਨ। ਇਸ ਤਰ੍ਹਾਂ ਹਰ ਸੱਜਣ ਪਰਟੇ ਆਏ। ਸਾਜਣਾ ਮੇਰਾ ਸਾਜਣਾ ਨਿਕਟ ਕੋੜਾ ਮੇਰਾ ਸਾਜਣਾ, ਉਹ ਸੱਜਣ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦਾ। ਸਾਰੇ ਬਲੈਤਾਂ ਵਾਲੇ ਈਸਾਈ ਮੁਸਲਮਾਨ ਸਾਰੇ ਉਸ ਪਰਮਾਤਮਾ ਦੇ ਤਾਂ ਹੀ ਕਹਿੰਦੇ ਸਾਜਣਾ ਹਰ ਸਾਜਣਾ। ਉਹ ਸਾਡਾ ਸੱਜਣ ਹੈ, ਅਸਲੀ ਸੱਜਣ ਹੈ। ਹਰ ਤਰ੍ਹਾਂ ਦੇ ਸਾਰੇ ਉਹ ਕਹਿੰਦੇ ਸੱਜਣ ਹੈ ਵੀ ਹੈ। ਕਿਰਤ ਕਰਨ ਪਾਰਦਾ ਪ੍ਰਭ ਨਾਨਕ ਸਦ ਬਖਸ਼ਿੰਦ। ਉਹਦੇ ਵਰਗਾ ਸੱਜਣ ਹੈ ਨਹੀਂ ਕੋਈ। ਹਰ ਸੱਜਣ ਪ੍ਰਗਟੇ ਆਏ। ਉਹਨਾਂ ਨੇ ਜਪ ਤਪ ਕੀਤੇ, ਚੰਗੇ ਗੁਣ ਗ੍ਰਹਿਣ ਕੀਤੇ, ਉਹ ਤਾਂ ਕਰਕੇ ਸੱਜਣ ਪਰਮਾਤਮਾ ਪ੍ਰਗਟੇ ਆਏ। ਹੈ ਤਾਂ ਪ੍ਰਗਟੇ ਹਿਰਦੇ ਵਿੱਚ ਹੈ, ਹਿਰਦੇ ਵਿੱਚ ਹਰ ਕਾ ਵਾਸ ਹੈ, ਪਰ ਪ੍ਰਗਟ ਨਾ ਹੋਣ ਤੋਂ ਆਨੰਦ ਨਹੀਂ ਬਣ ਰਿਹਾ। ਉਹ ਜੋ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਉਹ ਤੇ ਬਗੈਰ ਸਭ ਚੀਜ਼ਾਂ ਜੜ ਹਨ। ਕੁਝ ਵੀ ਕੰਮ ਨਹੀਂ ਕਰ ਸਕਦੇ, ਨਾ ਤਾਰੇ ਨਾ ਚੰਦਰਮੇ, ਨਾ ਸਾਡਾ ਸਰੀਰ, ਨਾ ਮਨ, ਨਾ ਬੁੱਧ, ਨਾ ਕਰਮ ਇੰਦਰੀਆਂ ਕਰ ਨਹੀਂ ਸਕਦੇ। ਉਹ ਸੱਜਣ ਦਾ ਪਰਮਾਤਮਾ ਉਹਨਾਂ ਦੇ ਸ਼ੁਭ ਗੁਣਾਂ ਨੂੰ ਵੇਖ ਕਰਕੇ, ਉਹਨਾਂ ਦੀ ਘਾਲਨਾ ਵੇਖ ਕਰਕੇ ਹਿਰਦੇ ਵਿੱਚ ਸਖਿਆਤ ਹੋ ਗਏ। ਸੰਤ ਸੁਹਾਈ ਰਾਮ ਕੇ। ਮਹਾਰਾਜ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ
ਕੋਈ ਵਿਚੋਲਾ ਵੀ ਚਾਹੀਦਾ, ਸਹਾਇਕ, ਜਿਵੇਂ ਵਿਆਹ ਸ਼ਾਦੀ ਵਿੱਚ ਵੀ ਹੁੰਦੇ ਹੈ। ਇਸ ਤਰ੍ਹਾਂ ਰੱਬ ਨਾਲ ਮਨਾਉਣ ਵਾਸਤੇ ਕੋਈ ਵਿਚੋਲੇ ਵੀ ਹੈ। ਕਹਿੰਦੇ ਹਾਂ ਸੰਤ ਜਿਹਦੀ ਵਾਸਨਾ ਖੈ ਹੋ ਗਈਆਂ, ਸਤਿ ਏਕ ਨਾ ਕੋਈ ਵਾਸਨਾ ਨਹੀਂ, ਅਤੇ ਜਿਨ੍ਹਾਂ ਨੇ 5 ਗਿਆਨ ਇੰਦਰੀਏ 5 ਕਰਮ ਇੰਦਰੀਏ ਦਮਨ ਕਰ ਲਏ ਹਨ। शांत चित्त है, ठंडा है, ईर्खा द्वेष तो रहत है। वो ਆਪਾਂ ਗੇਰੂ ਰੰਗੇ ਬਾਤਲਾ ਹੋ ਰਹੇ ਸੰਤ ਹੋ ਰਹੇ ਕਰ ਬੁਲਾਉਂਦੇ ਹਨ, ਪਰ ਸੰਤ ਦਾ ਖਲਾਸਾ ਤਾਂ ਗੁਰਬਾਣੀ ਕਰ ਲਈ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮਤ ਤਨ ਸੇ ਸਹੀ, ਨਾਨਕਾ ਪੂਰਨ ਸੋਈ ਸੰਤ। ਸਾਤ ਚਿਤ ਰਹਿਣ, ਸਾਤ ਚਿਤ ਉਹ ਸਹਾਇਤਾ ਕਰਦੇ ਆ। ਜਿਵੇਂ ਵੱਡਾ ਭਰਾ ਛੋਟੇ ਭਰਾ ਨੂੰ ਆਪਣੇ ਵਰਗਾ ਬਣਾ ਲੈਂਦਾ, ਪੜ੍ਹਾਈ ਵਿੱਚ ਗੁਣ ਆਦਿ, ਇਸ ਤਰ੍ਹਾਂ ਉਹ ਸਹਾਇਤਾ ਕਰਦੇ ਆ। ਰਾਮ ਕਹੇ, ਰਾਮ ਪਰਮਾਤਮਾ ਦੇ ਪ੍ਰਾਪਤੀ ਕਰਨ ਵਿੱਚ ਉਹ ਬਹੁਤ, ਕਿਉਂਕਿ ਆਪ ਮਿਲੇ ਹੋਏ ਹਨ, ਉਹਨਾਂ ਨੇ ਰੱਬ ਨੂੰ ਸਖਿਆਤ ਕੀਤਾ, ਤਾਂ ਕਰਕੇ ਉਹ ਸਹਾਇਤਾ ਕਰ ਦਿੰਦੇ ਆ। ਰੱਬ ਨਾਲ ਮਿਲਣ ਦੇ, ਪਰਮਾਤਮਾ ਨਾਲ ਮਿਲਣ ਦੇ ਸੰਤ ਸਹਾਈ ਸਹਾਇਤਾ ਕਰਨ ਦੇ। ਸਹਾਇਤਾ ਸੰਗਤ ਵਿੱਚ ਸਾਰੇ ਇੱਕੋ ਜਿਹੇ ਆ, ਕੋਈ ਛੋਟਾ ਵੱਡਾ ਜਾਤੀ ਦਾ ਸਵਾਲ ਨਹੀਂ। ਜਿਵੇਂ ਮੱਖੀਆਂ ਮਖਿਆਲ ਦੀਆਂ ਕੜਤਨ ਛੱਡ ਕੇ ਸੁਭਾਵ ਚੰਗੇ ਚੰਗੇ ਫੁੱਲਾਂ ਵਿੱਚੋਂ ਸੁਗੰਧੀਆਂ ਲੈ ਕੇ ਸ਼ਹਿਦ ਪੈਦਾ ਕਰ ਲੈਂਦੀਆਂ, ਇਸ ਤਰ੍ਹਾਂ ਸਾਧ ਸੰਗ ਇਸ ਤਰ੍ਹਾਂ ਹੀ ਹੈ। ਮਨ ਮੇਲੀ ਕਰ ਮੇਲ ਮਿਲਾਉਂਦੇ, ਸੰਗਤ ਵਿੱਚ ਸਾਰੇ ਮਾਈ ਭਾਈ। ਮੁੱਖ ਮੰਤਵ ਸਾਜ ਮਨ ਜੋੜਦੇ ਸ਼ਬਦ ਵਿੱਚ, ਸਾਰਿਆਂ ਦੇ ਨਾਲ ਮਨ ਇੱਕ ਪਾਸੇ ਹੀ ਹੈ, ਇੱਕ ਪਾਸੇ ਲੱਗੇ ਹੋਏ ਹੈ ਵੀ ਮਹਾਰਾਜ ਦੀ ਪ੍ਰਾਪਤੀ ਕਰਨੀ ਹੈ, ਉਹਦੇ ਗੁਣ ਗ੍ਰਹਿਣ ਕਰਨੇ ਹਨ। ਇਸ ਤਰ੍ਹਾਂ ਜਿਹੜੇ ਸੰਤ ਹੈ, ਸੰਗਤ ਬਗੈਰ ਪਹਿਲਾਂ ਤਾਂ ਮਨ ਟਿਕਦਾ ਹੀ ਨਹੀਂ, ਖੜਦਾ ਹੀ ਨਹੀਂ। ਸੰਗਤ ਵਿੱਚ ਜਾਪ ਕਰਨ ਦਾ ਹਜ਼ਾਰਾਂ ਗੁਣ ਵੱਧ ਫਲ ਹੈ। ਘਰਾਂ ਵਿੱਚ ਵੇਖ ਲਓ, ਮਨ ਦਾ ਆਸਰਾ ਨਹੀਂ ਨਿਕਲਦਾ। ਇਸ ਤਰ੍ਹਾਂ ਉਹ ਜਿਹੇ ਮਹਾਂਪੁਰਖਾਂ ਦੀ ਸੰਗਤ ਕਰਨ ਤੋਂ ਉਹਨਾਂ ਵਾਲੇ ਗੁਣ, ਜਿਸ ਤਰ੍ਹਾਂ ਜਾਪ ਸਿਮਰਨ ਕਰਦੇ, ਸਮਾਧੀਆਂ ਲਾਉਂਦੇ, ਸਾਦਾ ਰਵਾਸ ਰੱਖਦੇ ਹੈ, ਉਹ ਸੰਗਤ ਕਰਨ ਤੋਂ ਉਹ ਸਹਾਇਤਾ ਕਰ ਦਿੰਦੇ ਹਨ, ਮਦਦ ਕਰਦੇ ਹਨ। ਰੱਬ ਦੀ ਪ੍ਰਾਪਤੀ ਕਰਾਉਣ ਵਾਲੇ ਕਰ ਕਿਰਪਾ ਦੀਆ ਮਿਲਾਏ। ਚੰਗੇ ਰੱਬ ਦੇ ਪਿਆਰਿਆਂ ਨੂੰ, ਗੁਣਾਂ ਵਾਲਿਆਂ ਨੂੰ, ਜਿਨ੍ਹਾਂ ਦੀ ਰੱਬ ਨਾਲ ਮਿਲਣ ਦੀ ਇੱਛਾ ਸੀ, ਵਿਰਾਗ ਵਿਖਾਟ ਸੰਪਤੀ ਗੁਣ ਧਾਰੇ ਸੀ, ਕਿਰਪਾ ਕਰਕੇ ਸੰਗਤ ਨਾਲ ਮਿਲਤਾ। ਸੰਗਤ ਮਹਾਂਪੁਰਖਾਂ ਹੈ, ਉਹਨਾਂ ਦੇ ਤਾਂ ਹੀ ਸਰਦਾ ਭਾਵਨਾ ਵੇਖ ਕੇ ਮਿਹਰ ਕਰਕੇ ਰੱਬ ਦੇ ਨਾਲ ਮਿਲਾ ਦਿੱਤਾ। ਸੇਜ ਸੁਹਾਵੀ ਸਰਬ ਸੁਖ, ਰਾਣੀ ਹੈ ਬੜੀ ਸੇਜਾ ਸਜਾਈ, ਪਤੀ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਸੇਜ ਸੁਹਾਵੀ ਸਰਬ ਸੁਖ ਅੰਤਰੀ ਅਰਥ ਹੈ ਇਹ ਆਪ ਸੇਜਾ ਰੱਬ ਪਾਤਸ਼ਾਹ ਹੈ। ਜਿੰਨੇ ਵੀ ਸਾਧੂ ਮਹਾਤਮਾ ਰੱਬ ਦੇ ਪਿਆਰੇ ਭਗਤ ਹਨ, ਉਹ ਸਾਰੀਆਂ ਰਾਣੀਆਂ ਹੀ ਹਨ ਰੱਬ ਦੀਆਂ। ਜਿਹੜਾ ਮਨ ਬੁੱਧ ਚਿੱਤ ਅਹੰ ਭਾਵ ਹੈ ਨਾ, ਪਾਣ ਚਿੱਤ ਬੁੱਧ ਅਹੰ ਭਾਵ, ਇਹ ਤਾਂ ਸੇਜਾ ਦੇ ਪਾਵੇ ਹੁੰਦੇ, ਜਿਹੜੇ ਇਹਨਾਂ ਦੀਆਂ ਅੱਗੇ ਕਿਰਿਆ ਹੈ। ਮਨ ਸੰਕਲਪ ਉਠਾ ਰਿਹਾ ਹੈ, ਚਿੱਤ ਚੇਤਵਨੀ ਕਰੀ ਜਾਂਦਾ ਹੈ, ਬੁੱਧੀ ਪਦਾਰਥ ਨਿਸ਼ਚੈ ਕਰਦੀ ਹੈ, ਭਾਵ ਹੈ
ਇਹ ਪਾਵੇ ਤੇ ਸੇਰਵੇ ਹਨ। ਪ੍ਰੇਮ ਬਾਣ ਨਾਲ ਬੁਣਿਆ ਹੋਇਆ ਹੈ। ਸਰਦਾ ਸੇਜਾ ਕਰ ਸੇਜਾ ਸਰਦਾ, ਤੁਲਤਾ ਦੀ ਤਲਾਈ ਹੈ, ਅਰਜਾਮਨ ਰਜਾਈ ਹੈ। ਸਰਹਣ ਆਵਰਤ ਲਾਈ ਸਿਰ ਹਾਣਾ, ਜਿਹੜਾ ਹੰਕਾਰ ਦਾ ਹਾਨ ਕਰਨਾ ਨਾ, ਨਿਰਹੰਕਾਰ ਹੋਣਾ, ਇਹ ਸਰਾਹਣਾ ਹੈ। ਅਤੇ ਸਤ ਸੰਤੋਖ ਦੇ ਤੋਤੇ ਹਨ। ਜਾਂ ਸਾਫ ਸੁਭਾਅ ਰੂਪ ਰਸ ਗੰਧ, ਕਾਮ ਕ੍ਰੋਧ ਦਾ ਤਿਆਗ, ਇਹ ਫੁੱਲ ਹਨ, ਸੰਜਾਵਟ ਹਨ। ਇਹ ਸੇਜਾ ਤੇ ਸਨਮੁਖ ਬਿਰਤੀ ਕਰ ਲਈ, ਸਨਮੁਖ ਬਿਰਤੀ ਜੋੜ ਲਈ। ਸਨਮੁਖ ਬਿਰਤੀ ਹੋਣ ਤੋਂ ਜਿਹੜਾ ਗਿਆਨ ਸਰੂਪ ਹੈ, ਗਿਆਨ ਸਰੂਪ ਪਰਮਾਤਮਾ, ਉਹਦੇ ਵਿੱਚ ਬਿਰਤੀ ਜੁੜ ਗਈ। ਉਹ ਫਿਰ ਸੇਜਾ ਤੇ ਪ੍ਰਗਟ ਹੋ ਗਿਆ। ਸੇਜਾ ਤੇ ਪ੍ਰਗਟ ਹੋਣ ਤੋਂ ਬੜਾ ਆਨੰਦ ਹੈ। ਸੇ ਸੁਆਵੀ ਸਰਬ ਸੁਖ, ਸਾਰੇ ਸੁਖੇ ਸੁਖ ਹੈ। ਸੇ ਸੁਆਵੀ ਸੋ ਨਹੀਂ ਕਹੋਗੀ, ਜੋ ਸਕਾਲ ਸੇਜਾ ਸਰਬ ਸੁਖ। ਸਾਰੇ 11 ਸੁਖ ਮੰਨੇ ਹਨ। ਜੋ ਕਿ ਚੱਕਰਵਰਤੀ ਰਾਜਾ ਹੋਵੇ, ਰਾਣੀ ਆਗਿਆਕਾਰ ਨੂੰ ਵਜੀਠ ਏਕ ਹੋਣ, ਉਹਨੂੰ ਲੋਕ ਪਰਲੋਕ ਦੇ ਸਵਰਗਾਂ ਦੇ ਖੰਡਾਂ ਬ੍ਰਹਮੰਡਾਂ ਦੇ ਸਾਰੇ ਸੁਖ ਪ੍ਰਾਪਤ ਹੋ ਗਏ। ਉਹਦੇ ਤਾਂ ਹੀ ਸੁਖ, ਹੁਣ ਦੁੱਖਾਂ ਨਹੀਂ, ਸਾਰੇ ਸੁਖ ਪ੍ਰਾਪਤ ਹੋ ਗਏ। ਆਤਮਾਨੰਦ ਹੁਣ ਦੁੱਖਾ ਨਹੀਂ ਜਾਏ। ਮਾਰਾ ਦੁੱਖ ਨਹੀਂ ਉੱਥੇ, ਦੁੱਖ ਨਹੀਂ, ਸਭ ਸੁਖ ਹਾਰ ਨਹੀਂ, ਸਭ ਜਿੱਤ ਹੈ। ਦੁੱਖਾਂ ਨੂੰ ਜਾਏ ਜਗ੍ਹਾ ਹੀ ਨਹੀਂ, ਦੁੱਖਾਂ ਨੂੰ ਥਾਂ ਹੈ। ਭਾਈ ਮਣੀ ਸਿੰਘ ਸਾਹਿਬ ਕੋਪਰਾ ਲੈ ਗਿਆ ਹੈ ਕੋਈ, ਚੜ੍ਹਦੀ ਕਲਾ ਵਿੱਚ। ਭਾਈ ਮਤੀ ਦਾਸ ਦੇ ਆਰੇ ਨਾਲ ਦੋ ਫਾੜ ਹੋ ਰਹੇ ਹੈ। ਉਹ ਵੇਖ ਲਓ, ਜਪਜੀ ਸਾਹਿਬ ਪੜ੍ਹੀ ਜਾਂਦੇ हैं। ਭਾਈ ਦਿਆਲਾ ਜੀ ਦੇਗੇ ਜੁਬਲੀ ਜਾਂਦੇ हैं। ਸੁਖਮਨੀ ਸਾਹਿਬ ਪਾਠ ਹੋ ਰਿਹਾ ਹੈ। ਕੋਈ ਖੇੜੇ ਮੱਥੇ ਗੱਲ ਕੀ ਹੈ? ਬਾਣੀ ਦਾ ਸੁੱਖ ਹੈ, ਆਤਮਾਨੰਦ ਹੈ। ਦੁੱਖਾਂ ਨੂੰ ਉੱਥੇ ਜਗ੍ਹਾ ਹੀ ਨਹੀਂ, ਰਹਿ ਨਹੀਂ ਸਕਦੇ। ਦੁੱਖਾਂ ਨਹੀਂ ਜਾਏ। ਜਿਹੜੇ ਦੁੱਖ ਹੈ, ਗਿਆਨ ਹੋ ਗਿਆ, ਗਿਆਨ ਹੁਣ ਤਾਂ ਅਗਿਆਨ ਮਿਟ ਗਿਆ। ਜਦੋਂ ਗਿਆਨ ਇਹ ਹੋ ਗਿਆ, ਬ੍ਰਹਮ ਗਿਆਨ ਉੱਥੇ ਦੁੱਖ ਹੀ ਰਹਿਣ। ਹੁਣ ਦੁੱਖਾਂ ਨਹੀਂ ਜਾਏ, ਦੁੱਖ ਪੈਦਾ ਨਹੀਂ ਹੋ ਸਕਦੇ। ਦੁੱਖਾਂ ਨਹੀਂ ਜਾਏ, ਜਾਏ ਉਹਨਾਂ ਦਾ ਜਾਏ ਪੈਦਾ ਹੋਣਾ। ਦੁੱਖਾਂ ਨਹੀਂ ਜਾਏ ਅਤੇ ਫਿਰ ਹਿਸਾਬ ਕਿਤਾਬ ਦੇਣਾ ਜਨਮ ਧਾਰ ਕੇ ਹੈ ਨਹੀਂ। ਨਾ ਉਹ ਜਨਮਦੇ ਨਾ ਮਰਦੇ, ਹਰ ਕੇ ਸੇਵ ਜੋ ਹਰ ਪੇ ਤਿਨ ਕੀ ਕਥਾ ਨਰਾਰੀ ਰਹੇ। ਆਵੇ ਨਾ ਜਾਏ ਕਉ ਮਰਤੇ ਪਾਰ ਬ੍ਰਹਮ ਸੰਗਾਰੀ ਰਹੇ। ਇਸ ਤਰ੍ਹਾਂ ਉਹ ਜਨਮ ਧਾਰ ਕੇ ਫਿਰ ਮਰ ਕੇ ਧਰਮ ਪੋਲੀ ਵਿੱਚ ਨਹੀਂ ਜਾਣਦੇ ਹਿਸਾਬ ਦੇਣ। ਇਛ ਪੂਨੀ ਵਡ ਭਾਗਣੀ, ਉਹਨਾਂ ਸੁਹਾਗਣਾ ਦੀ, ਰੱਬ ਦੇ ਪਿਆਰਾਂ ਦੀ, ਸਾਧੂ ਮਹਾਤਮਾ ਦੀ ਇੱਛ ਪੂਨੀ ਵਡ ਭਾਗਣੀ। ਕੋਈ 4 ਪ੍ਰਕਾਰ ਦੀ ਇੱਛਾ ਰੱਖਦੇ ਆ ਰੱਬ ਦੇ ਪਿਆਰੇ ਵੀ। ਸਾਰੇ ਹੀ ਇਹਨਾਂ ਦੀ ਵਡਿਆਈ ਦੀ ਇੱਛਾ ਭੱਜ ਗਈ। ਨਿਮਰਤਾ ਸੰਯੁਕਤ ਹਨ, ਬਹੁਤ ਨਿਮਰ, बहुत प्रेम ਨਾਲ ਰਹਿੰਦੇ हैं। हो सबन की रहन का हमारे पास जी हो। बड़ा सेवा भाव है ना दा। ਉਹਨਾਂ ਦੀ ਇੱਛਾ 4 ਪ੍ਰਕਾਰ ਦੀ ਹੁੰਦੀ ਹੈ। ਮੇਰਾ ਘਰ ਸਿਰੇ ਚੜ੍ਹੇ, ਵਿਘਨਾ ਪੋਏ, ਮੇਰੀ ਕੋਈ ਵਡਿਆਈ ਵੀ ਹੋਵੇ, ਮੈਨੂੰ ਕੋਈ ਦੁੱਖ ਨਾ ਲੱਗੇ, ਮੈਨੂੰ ਰੱਬ ਵੀ ਪ੍ਰਾਪਤ ਹੋ ਜਾਏ। 22ਵੇਂ ਛੱਕੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਵਾਸਤੇ ਜੇ ਇੱਛਾ ਖਾਸ ਹੈ ਨਾ ਪੂਰੀ ਕਰਾਉਣੀ ਹੈ ਤਾਂ ਛੱਕੇ ਵਿੱਚ ਨਿਰਣਾ ਹੈ।
ਜਿਹਨੇ ਗੁਰਮੁਖ ਨਾਮ ਧਿਆਇਆ ਤਿਨੋ ਤਿਨ ਫਿਕਰ ਨਾ ਹੋਈ ਰਾਮ ਰਾਜੇ। ਜਿਹਨੂੰ ਸਤਿਗੁਰ ਪੁਰਖ ਮਨਾਇਆ ਤਿਨਾ ਪੂਜੇ ਸਭ ਕੋਈ। ਜਿਨਾ ਹਰ ਜਿਨੀ ਸਤਿਗੁਰ ਜਿਨਾ ਸਤਿਗੁਰ ਪਿਆਰਾ ਸੇਵਿਆ ਤਿਨਾ ਸੁਖ ਸਦ ਹੋਈ। ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਹਰ ਸੋਈ। ਇਹ ਵੇਖ ਲੋ, ਜੇ ਨਿਰਵਿਘਨ ਕਾਰਜ ਪਰਮਾਰਥ ਦਾ ਸਰਮੰਡ ਦਰਸ਼ਨ ਕਰਦਿਆਂ ਪ੍ਰਾਪਤ ਧਾਰਦਿਆਂ ਪਰਮਾਰਥ ਸਿੱਧੀ ਕਰਨੀ ਹੈ ਤੇ ਗੁਰਮੁਖ ਬਣਨਾ ਪਊ। ਗੁਰ ਕਿਵੇਂ ਬਣਦਾ? ਗੁਰਮੁਖ ਸਨਮੁਖ ਸਿੱਧਾ ਰੱਬ ਦੇ ਸਨਮੁਖ ਹੋਣਾ ਪਊਗਾ ਤਾਂ ਕਾਰਜ ਰਾਸ ਹੋਣਗੇ। ਵਿਵਹਾਰ ਸੁਆਰਥ ਪਰਮਾਰਥ। ਜੇ ਵਡਿਆਈ ਦੀ ਇੱਛਾ ਹੈ ਹੋਏ ਨਿਮਾਣੀ ਸੇਵ ਕਰਾ ਹੋਇਆ ਪ੍ਰੀਤਮ ਪਿਆਰੀ। ਅਹੰਕਾਰ ਭਾਵ ਛੱਡਣਾ ਪਊਗਾ। ਜੇ ਨਾ ਰੱਬ ਦੀ ਪ੍ਰਾਪਤੀ ਕਰਨੀ ਹੈ, ਜੇ ਨਾ ਤੋਂ ਇਹਨਾਂ ਮਿਲਿਆ ਹਰ ਸੋਈ, ਫਿਰ ਤਾਂ ਰੱਬ ਦੇ ਸਨਮੁਖ ਹੋਣਾ ਪਊਗਾ। ਗੁਰਮੁਖ ਸਨਮੁਖ ਮਨ ਕੋਈ ਮੁਖੀਆ ਸਿੱਧਾ ਆਨ ਮਰੌਤਾਂ ਛੱਡ ਕੇ ਜੁਗੋ ਜੁਗ ਟਲ ਸਾਨੂੰ ਸੰਗਤਾਂ ਨੂੰ ਸਮੂਹ ਨੂੰ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਿੱਧਾ ਲੜ ਲਾਇਆ ਹੈ। ਫਿਰ ਤਾਂ ਅੰਮ੍ਰਿਤ ਦੀ ਦਾਤ ਲੈਣੀ ਪਊਗੀ। ਕਹਿੰਦੇ ਅੰਮ੍ਰਿਤ ਦੀ ਦਾਤ ਲੈਣ ਵਿੱਚ ਕੁਝ ਮਨ ਅਟਕਦਾ ਹੈ, ਕੋਈ ਹੋਰ ਸੋਚਾ ਵਿਚਾਰਾ ਕਰੀ ਜਾਂਦਾ। ਉਹਦੇ ਮਤਲਬ ਗੁਰਬਾਣੀ ਕਹਿ ਰਹੀ ਹੈ ਮਨ ਕੀ ਮਤ ਤਿਆਗੋ ਹਰ ਜਨ। ਇਹ ਬਾਤ ਕਠਿਨੀ। ਕਹਿੰਦੇ ਹਾਂ ਇੱਕ ਗੱਲ ਹੈ, ਜਿਹੜੇ ਕਹਿੰਦੇ ਮਨ ਬਣਾਉਂਦਾ ਮਨ ਬਣਾਉਂਦਾ, ਕੀ ਗੱਲ ਹੈ? ਮਨ ਕੀ ਮਤ। ਜਿਹੜੇ ਆਪਦੇ ਮਨ ਦੀ ਮਤੀ ਵਿਚਾਰ ਹੈ ਨਾ ਸਲਾਹ ਐਵੇਂ ਹੀ ਹਵਾੜਾਂ ਜਿਹਾਂ ਅੰਮ੍ਰਿਤ ਛਕ ਲਾਂਗਾ ਕਿਉਂ ਨਾ ਹੋ ਜਾਵੇ, ਕਿਤੇ ਫਰਕ ਨਾ ਪੈ ਜਾਵੇ, ਕਿਉਂ ਨਾ ਹੋ ਜਾਵੇ। ਇਹ ਹਵਾੜ ਸਰਦਾ ਭਾਵ ਨਾਲ ਹਟੂਗੀ। ਆਪਣੀ ਮਤ ਛੱਡੋ, ਆਪਣੇ ਆ ਵਿਚਾਰਾਂ ਜਿਹੀਆਂ ਆ ਛੋਟੀ ਜਿਹੀ ਦਲੀਲਾਂ ਜਿਹੀਆਂ ਤਾਂ ਗੁਰੂ ਦੀ ਗੁਰਮਤਿ ਆਵੇਗੀ। ਆਪਾਂ ਆਪਣੀ ਹੋਰ ਮਤੀ ਸਿਰੜੀ ਮਤੀ ਪਰੰਪਰਾ ਦੀ ਮਤੀ ਉਹਦੇ ਵਿੱਚ ਆਪਣੀ ਅਕਲ ਨੂੰ ਕੋਈ ਵੱਡਾ ਮੰਨਦੇ ਹਾਂ। ਇਹਨੂੰ ਛੱਡ ਕੇ ਗੁਰਮਤਿ ਸਾਚੀ ਹੋ ਜਾ ਦੂਰ। ਜਿਹੜੀ ਗੁਰਮਤਿ ਬਹੁਤ ਬੜੀ ਚੀਜ਼ ਹੈ। ਗੁਰ ਕੀ ਮਤ ਤੋਂ ਲਿਆ ਭਗਤ ਬਿਨਾ ਡੁੱਬੇ ਬਹੁਤ ਸਿਆਣੇ। ਅੰਮ੍ਰਿਤ ਦਾ ਵਾਟਾ ਆ ਰਿਹਾ ਨੇੜੇ ਹੀ। 4 ਫੱਗਣ ਮਹਾਨ ਉੱਚ ਵਿਅਕਤੀ ਜਿਨ੍ਹਾਂ ਦੇ ਬੜੇ ਜਪ ਤਪ ਕੀਤੇ ਹੈ, ਬਹੁਤ ਜਪ ਤਪ ਕੀਤੇ ਹੈ। ਬ੍ਰਹਮ ਗਿਆਨੀ ਤਤ ਬੇਤੇ ਸ੍ਰੀਮਾਨ ਸੰਤ ਸੁੰਦਰ ਸਿੰਘ ਜੀ ਮਹਾਂਪੁਰਖ। ਉਹਨਾਂ ਦੀ ਸਾਲਾਨਾ ਵਾਰਸੀ ਕੱਲ੍ਹ ਤੋਂ ਸ਼ੁਰੂ ਹੈ। 13, 14, 15 3 ਦਿਨ ਰਹਿਣੀ ਹੈ। ਅੰਮ੍ਰਿਤ ਦਾ ਵਾਟਾ 15 ਤਰੀਕ ਨੂੰ 11, 11:30, 12 ਵੀ ਵੱਜ ਸਕਦੇ ਹਨ। ਤਿਆਰ ਹੋਣਾ ਹੈ। ਕੋਈ ਊਣਤਾਈ ਹੋ ਗਈ, ਜੇ ਕਰਹਿਤ ਹੋ ਗਈ ਉਹ ਤਾਂ ਬੜਾ ਮਾੜਾ ਪਾਪ ਹੈ। ਲੋਕ ਲਜਾਣ ਪਈ ਹੈ, ਖੇਮਾ ਲੈ ਲਈ ਹੈ। ਇਹ ਕਕਾਰ ਵਿਸਰਾਤ ਹੈ। ਮਹਾਰਾਜ ਦੇ ਕਕਾਰ ਪਾ ਕੇ 5 ਪੈਰਾਂ ਕੋਲ ਅੰਮ੍ਰਿਤ ਛਕ ਕੇ ਪੇਸ਼ ਹੋ ਕੇ ਕਕਾਰਾਂ ਨੂੰ ਧਾਰ ਲਈ ਹੈ। ਜਿਹੜੇ ਹਾਲੇ ਐਵੇਂ ਆਪਣੇ ਮਨ ਦੇ ਬਲਬਲੇ ਜੇ ਆ ਭਰਮ ਵਿੱਚ ਪਏ ਆ, ਉਹ ਛੱਡ ਦਿਓ ਤਾਂ ਗੁਰਾਂ ਦੀ ਗੁਰਮਤਿ ਆਵੇਗੀ। ਵਰ ਪਾਇਆ ਹਰ ਰਾਏ। ਉਹਨਾਂ ਨੇ ਵਰ ਇੱਛਾ ਸੀ, ਗੁਣ ਧਾਰੇ ਸੀ। ਵਰ ਪਾਇਆ ਹਰ ਰਾਏ ਰਾਜਾ ਰੂਪ ਵਰ। ਪਰਮਾਤਮਾ ਵਰ ਪਾ ਲਿਆ। ਸਖੀ ਬਸ ਆਇਆ ਫੇਰ ਨਾ ਛੋੜਨਾ। ਇਹ ਰੀਤ ਭਲੀ ਭਗਵੰਤ ਹੈ। ਜਿਹੜਾ ਚਾਹੁੰਦਾ ਇਹ ਲੋੜੀ ਦਾ ਵਰ ਨਾ ਜੰਮਦਾ ਨਾ ਮੰਨਦਾ ਨਾ ਛੱਡ ਕੇ ਚਾਹੁੰਦਾ, ਹਮੇਸ਼ਾ ਰਹਿਣ ਵਾਲਾ। ਇੱਛਾ ਸੀ
ਵੱਡੇ ਭਾਗਾਂ ਵਾਲੇ ਨੇ, ਨਿਸਕਾਮੀਆਂ ਨੇ, ਜਿਨ੍ਹਾਂ ਦੀ ਵਿਆਹੀ ਭੱਜ ਗਈ। ਸਖੀ ਰੱਬ ਦੇ ਪਿਆਰੇ ਸਖੀਆਂ ਨੇ, ਰੱਬ ਦੇ ਬਾਰੇ ਭਗਤਾਂ ਨੇ। ਉਹ ਵਾਰ ਜਿਹੜਾ ਚਾਹੁੰਦੇ ਸੀ, ਉਹ ਰਾਜਾ ਨੂੰ ਪਰਮਾਤਮਾ ਸਖਿਆਤ ਹੋ ਗਿਆ ਉਹਨਾਂ ਦੇ ਤਾਈਂ। ਮਿਲ ਸਹੀਆ ਮੰਗਲ ਗਾਵਹੀ। ਜਿਵੇਂ ਰਾਜਾ ਮਿਲੇ, ਚਿਰ ਮਗਰੋਂ ਰਾਣੀ ਨੇ ਉਹਦੀ ਦਾਸੀਆਂ ਬੜਾ ਜਸ ਜੇ ਕਰਦੇ, ਹਾਂ ਸਾਡੀ ਰਾਣੀ ਨੂੰ ਰਾਜਾ ਆ ਗਿਆ, ਰਾਜਾ ਮਿਲਿਆ। ਇਸ ਤਰ੍ਹਾਂ ਜਿਹਨੂੰ ਪਾਤਸ਼ਾਹ ਮਹਾਰਾਜ ਸਖਿਆਤ ਹੁੰਦਾ, ਰਿਦੇ ਸਜਦ ਪ੍ਰਗਟ ਹੁੰਦਾ, ਉਹਨਾਂ ਦੇ ਸਖੀਆਂ ਨਾਲ ਦੇ ਸਖੀ ਸਹੇਲੀਆਂ ਰੱਬ ਦੇ ਪਿਆਰੇ, ਉਹਨਾਂ ਦੀ ਸਖੀਆਂ ਕੀ ਪਰਮਾਨ ਪਰ ਜੇ ਨਿੰਦਰਾ ਸਿਰਤੀ 5 ਬਿਰਤੀਆਂ। ਉਹਨਾਂ ਦਾ ਸਖੀਆਂ ਕੀ ਗਿਆਨ ਇੰਦਰੀਏ, ਕਰਮ ਇੰਦਰੀਏ, ਬਿਰਤੀਆਂ। ਕਹਿੰਦੇ ਆਹ ਨੇੜੇ ਰਹਿਣ ਵਾਲੇ ਜਗਿਆਸੂ ਸੇਵਾਦਾਰ, ਵਾਹਿਗੁਰੂ ਵਾਹਿਗੁਰੂ, ਸਾਡੇ ਧਰਮਾਤਮਾ ਨੂੰ ਰੱਬ ਆਪ ਪ੍ਰਗਟ ਹੋਇਆ, ਹੁਲਾਰਾ ਮਿਲਦਾ। ਜਿਵੇਂ ਇਹਨਾਂ ਨੂੰ ਪ੍ਰਾਪਤ ਹੋ ਗਿਆ, ਆਪਾਂ ਵੀ ਪ੍ਰਯਤਨ ਕਰੀਏ, ਉਤਸ਼ਾਹ ਹੁੰਦਾ। ਇਹਨਾਂ ਵਾਂਗ ਇਸ ਤਰ੍ਹਾਂ ਰਾਜਾ ਨੂੰ ਵਾਰ ਪਾਇਆ। ਉਹਨਾਂ ਦੇ ਜਗਿਆਸੂ ਸੰਗਤ ਕਰਨ ਵਾਲੇ ਜਸ ਕਰਦੇ ਹਨ ਬਿਰਤੀਆਂ ਆਦ। ਗੀਤ ਗੋਵਿੰਦ ਅਲਾਏ। ਗੀਤ ਗੋਬਿੰਦ ਲਾਏ, ਅਲਾਏ ਲਾਪ। ਉਹ ਵਾਹਿਗੁਰੂ ਦੇ ਪਿਆਰੇ ਅਲਾਏ ਲਾਪ, ਪਰਮਾਤਮਾ ਅਲਾਪ ਕਰਦੇ ਨੇ। ਅਲਾਪ ਜਸ, ਉਹ ਅਲਾਪ ਕਰਨ ਤੋਂ ਹੋਰਾਂ ਤੇ ਬੜਾ ਪ੍ਰੈਸ਼ਰ ਪੈਂਦਾ। ਜਦੋਂ ਜਾਪ ਕਰਦੇ ਆ, ਖੇਂਡੀ ਬਿਰਤੀ ਕਾਗਰ ਹੋ ਜਾਂਦੀ ਹੈ ਉਹਨਾਂ ਮਹਾਂਪੁਰਖਾਂ ਸੰਗਤ ਵਿੱਚ। ਜਿਵੇਂ ਜਿਹੜਾ ਮਨ ਹੈ ਨਾ, ਮਾਰੇ ਤੇ ਭੋਰਾ ਭੋਰਾ ਖਿੰਡਾ ਪਿਆ ਸਾਡਾ, ਜਿਵੇਂ ਕਿਸੇ ਲੋਹੇ ਨੂੰ ਨਾ ਰੇਤੀ ਨਾਲ ਰੇਤ ਰੇਤ ਕੇ ਰੇਤੇ ਮਿਲਾ ਦੀਏ, ਹਾਥੀ ਚੁਣਾ ਨਾ ਜਾਏ, ਨਾ ਹਾਥੀ ਚੁਣ ਸਕਦੇ, ਹੱਥਾਂ ਨਾਲ ਨਹੀਂ ਚੁਣ ਸਕਦੇ। ਚਮਕ ਪੱਥਰ ਹੁੰਦਾ, ਚਮਕ ਪੱਥਰ ਸਾਹਮਣੇ ਕਰੋ। ਜਿੰਨੇ ਵੀ ਕਿਰਨਾਂ, ਕਿੰਨੇ ਵੀ ਅਵੈਬ ਹੈ, ਜਿੰਨੇ ਵੀ ਪੀਸ ਹੈ, ਟੁਕੜੇ ਬਰੀਕ, ਭੱਜ ਭੱਜ ਕੇ ਚਮਕ ਪੱਥਰ ਨੂੰ ਚਿਮੜ ਜਾਣਗੇ, ਨਾਲ ਸਲਾਬ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਸਾਡਾ ਮਨ ਬਕਾਰਾ ਰੂਪ ਰੇਤੀ ਨਾਲ ਪੋਰਾ ਪੋਰਾ ਕਰਿਆ ਪਿਆ, ਮਾਇਆ ਰੇਤੇ ਖਿੰਡਾ ਪਿਆ, ਇਸ ਤਰ੍ਹਾਂ ਚਮਕ ਰੂਪ ਜੋ ਗੁਰੂ ਮਹਾਰਾਜ ਤੇ ਪਿਆਰੇ ਹਨ, ਉਹਨਾਂ ਦਾ ਚਮਕ ਵਾਂਗ ਬਿਰਤੀ ਹੈ। ਚਮਕ ਵਾਂਗ ਜਦੋਂ ਜਸ ਕਰਦੇ, ਲਾਭ ਕਰਦੇ, ਜਗਿਆਸੂਆਂ ਦੇ ਬਿਰਤੀਆਂ ਇਕਾਗਰ ਹੋ ਜਾਂਦੀਆਂ, ਮਨ ਖਲੋ ਜਾਂਦੇ ਹਨ। ਹਰ ਜਿਹਾ ਅਵਰ ਨਾ ਦਿਸਈ। ਮਹਾਰਾਜ ਕੋਈ ਪਰਮਾਤਮਾ ਵਰਗਾ, ਕੋਈ ਸ਼ਿਵ ਜੀ, ਕੋਈ ਬ੍ਰਹਮਾ ਵਿਸ਼ਨੂੰ, ਕੋਈ ਹੋਰ ਵੀ ਹੈਗਾ, ਕੋਈ ਹੋਊਗਾ। ਕਹਿੰਦੇ ਲਵੈ ਨਾ ਲਾਉਣ ਹੈ ਕਛੂ ਹੈ, ਕੋਈ ਉਹਦੇ ਬਰਾਬਰ ਲੱਗ ਨਹੀਂ ਸਕਦਾ। ਸ਼ਿਵ ਜੀ ਨੂੰ ਲਾ ਲੈਂਗੇ, ਉਹ ਤਾਂ ਮਾਰਨ ਦੀ ਡਿਊਟੀ ਕਰੀ ਜਾਂਦਾ, ਮਾਰ ਜਾਂਦਾ, ਜੀ ਉਹਨੂੰ ਅਰਵਾਈ ਜਾਂਦਾ। ਬ੍ਰਹਮਾ ਦੀ ਉਹ ਜਾਪ ਤਪ ਕਰਦਾ ਕੋਈ, ਉਹ ਤਾਂ ਕੁਮਾਰ ਵਾਂਗ ਦੁਨੀਆ ਬਣਾਈ ਜਾਂਦਾ। ਵਿਸ਼ਨੂੰ ਉਹ ਤਾਂ ਰੋਜੀ ਵਰਤਾਈ ਫਿਰ ਭੱਜਿਆ ਫਿਰ ਜਾਂਦਾ। ਇਹ ਤਾਂ ਰੱਬ ਨੇ ਬਣਾਏ ਹੋਏ ਕਾਰਜ ਰੂਪ ਹਨ, ਉਹ ਕਾਰਨ ਰੂਪ ਹੈ। ਉਹਦੇ ਸੁਦਾਰਸ ਲਵੈ ਲਾਣ ਨੂੰ ਕੋਈ ਲੱਗਦਾ ਹੀ ਨਹੀਂ। ਕਿਵੇਂ ਲਵੈ ਲਾ ਲਓਗੇ? ਸੂਰਜ ਵਰਗਾ ਆਖੋਗੇ, ਸੁਬਰਤਾ ਅੱਗ ਦਾ ਕੇਂਦਰ ਹੈ ਅਤੇ ਸਰਾਫਿਆ ਹੋਇਆ ਹੈ। ਚੰਦਰਮਾ ਆਖੇ, ਚੰਦਰਮਾ ਠੰਡ ਵਰਤਾਂਦਾ ਹੈ, ਪੂਰਾ ਹਨੇਰਾ ਚੁੱਕਦਾ ਹੀ ਨਹੀਂ। ਉਹਦੇ ਬਰਾਬਰ ਕਿਨੂੰ ਲਾਈਏ? ਜੈਸਾ ਤੂੰ ਤੈਸਾ ਤੋਹੀ, ਕਿਆ ਉਪਮਾ ਦਿਜੈ। ਅੱਜ ਪੁਰਾਣ ਪਰਮੇਯ ਹੈ, ਕੋਈ ਦ੍ਰਿਸ਼ਟਾਂਤ ਨਹੀਂ ਦਿੱਤਾ ਜਾ ਸਕਦਾ।
ਰੱਬ ਵਰਗਾ ਨਾ ਹੋਇਆ, ਨਾ ਹੈ, ਨਾ ਕੋਈ ਹੋਵੇਗਾ। ਉਹ ਤਾਂ ਐਸਾ ਪਰਮਾਤਮਾ ਹੈ, ਕੋਈ ਦੂਜਾ ਅਵਰ ਹੋਰ ਉਹਦੇ ਸੁਦਰਸ਼ ਲਾਇਆ ਨਹੀਂ ਜਾ ਸਕਦਾ। ਲਾਉਂਦੇ ਵੀ ਨੇ ਜਿਹੜੇ ਗੁਰਮੁਖੇ ਨਿਗਾਹ ਜਾਂਦੇ ਨੇ। ਇਹਦਾ ਕਾਰਜ ਰੂਪ ਹੈ। ਬ੍ਰਹਮਾ ਵਿਸ਼ਨੂੰ ਮੰਗਤੇ ਹੈ, ਉਹਨੇ ਪਦਵੀਆਂ ਦਿੱਤੀਆਂ। ਜਿਹੜੇ ਰੱਬ ਦੇ ਪਿਆਰੇ ਉਹ ਲਾਉਂਦੇ ਵੀ ਨਹੀਂ, ਖਿਆਲ ਵੀ ਨਹੀਂ ਕਰਦੇ। ਇਸ ਪਾਸੇ ਉਹਦੇ ਸੁਦਰਸ਼ ਲੱਗਣਾ ਅਸੰਭਵ ਹੈ। ਹਲਤ ਪਲਤ ਸਵਾਰਿਓਨ ਆਪਣੇ ਗੁਰਮੁਖਾਂ ਦੇ ਜਿਨ੍ਹਾਂ ਨੇ ਸਭ ਗੁਣਾਂ ਦਾ, ਚੰਗੇ ਗੁਣਾਂ ਦਾ ਫਗਨ ਦਾ ਮਹੀਨਾ ਬਣਾਇਆ ਹੈ। ਫਲ ਗਿਆਨ ਮਿਲ ਗਿਆ, ਅਪਰੋਹ ਗਿਆਨ, ਪਰਤਾ ਗਿਆਨ ਹੋ ਗਿਆ। ਹਾਲਤ ਇਹ ਲੋਕ ਸਵਾਰ ਤੇ ਜੀਵਨ ਮੁਕਤ ਆਨੰਦ ਮਾਣਦੇ। ਬੜੀ ਵਾਹਿਗੁਰੂ ਦਾ ਪ੍ਰਲੋਕ ਪ੍ਰਲੋਕ ਸਵਾਰ ਦਿੱਤੇ। ਪ੍ਰਲੋਕ ਜਿਨ੍ਹਾਂ ਦੀ ਇੱਕੀਆਂ ਕੁਲਾਂ ਤਾਰਤੀਆਂ, ਇੱਥੇ ਉਹ ਜੀਵਨ ਮੁਕਤ ਆਨੰਦ ਮਾਣਦੇ ਹਨ। ਲੋਕ ਸਵਾਰਿਆਂ ਨੇ ਚਲ ਦਿੱਤੇ ਹਨ। ਜਾਏ ਜਗ੍ਹਾ ਜਾਪ ਕੀਤਾ ਜਿਨ੍ਹਾਂ ਨੇ, ਜਿਵੇਂ ਧਰੂਣੈ ਜਾਪ ਕੀਤਾ ਧਰੂਣੈ, ਅਚਲ ਪਦ ਵੀ ਧਰੂ ਅਟਲ ਅਜੋ ਨਾ ਟਲਿਓ। 5 ਵਰ੍ਹੇ ਦਾ ਜਵਾਕ, ਉਹਦੀ ਭਗਤੀ ਨੂੰ ਫਲ ਅਚਲ ਅਟਲ ਹੈ, ਉਹਦੀ ਪੂਰੀ ਹੈ। ਜਿੰਨੇ ਤਾਰੇ ਸਤਾਰੇ ਚੰਦਰਮਾ ਗ੍ਰਹਿ ਉਹ ਭੱਜੇ ਫਿਰਦੇ ਹੈ। 36,000 ਵਰ੍ਹੇ ਦਾ ਰਾਜ ਆ ਇੱਥੇ ਸਵਾਰਤਾ। ਨਕਮੀ ਬਾਦ ਤਰਕਵਾਦੀ ਮਾਂ, ਉਹਦੇ ਸਾਹਮਣੇ ਰਾਜ ਕਰਾਤਾ। ਉਹ ਝੁਕੀ, ਤਰੂ ਪੂਰੀ ਮਿਲ ਗਈ। ਦੋਵੇਂ ਥਾਂ ਰੱਖੇ ਗੁਰ ਸੋਰੇ, ਦੋਏ ਥਾਂ ਉਹਨਾਂ ਨੂੰ ਬਖਸ਼ ਕਰਤੀ। ਦੋਏ ਥਾਂ ਸਵਾਰ ਦਿੱਤੇ। ਸੰਸਾਰ ਸਾਗਰ ਤੇ ਰੱਖਿਅਨ, ਉਹ ਮਹਾਰਾਜ ਸੰਸਾਰ ਡੁੱਬਣਗੇ, ਫੇਰ ਆਉਣਗੇ, ਫੇਰ ਮਾਂ ਦੀ ਕੁੱਖੋਂ ਚਾਰ ਬੁਲਾਉਣਗੇ। ਸੰਸਾਰ ਸਾਗਰ ਤੇ ਰੱਖਿਆ ਨੂੰ ਪਰਮਾਤਮਾ ਨੇ ਕਿਰਪਾ ਕਰਕੇ ਸਭ ਆਣ ਜਾਣ ਤੋਂ ਰੱਖ ਲਿਓ, ਜਨ ਮਰ ਤੋਂ ਰਹਿਤ ਹੋ ਗਏ। ਬੋਹੜ ਨਾ ਜਨਮੈ ਧਾਇ, ਉਹ ਬੋੜ ਮੁੜ ਕੇ ਇੱਕ ਹੈ ਜੋਨ ਫਿਰ ਨਾਨਕ ਹਰ ਕੈ ਦਰ ਸਮਾਇਆ। ਸਾਵਲ ਸਾਵਲ ਭਈ ਯਾਤਰਾ ਸਾਵਲ ਕਰ ਗਏ। ਰੱਬ ਦੇ ਪਿਆਰੇ, ਪਰ ਮਿਹਨਤ ਬੜੀ ਕਰਨੀ ਹੈ। ਮਹਾਨ ਉੱਚ ਵਿਅਕਤੀ ਸ਼੍ਰੀਮਾਨ ਜਤੀ ਸਤੀ ਤਿਆਗੀ ਬਰਾਗੀ, ਵਿਦਿਆ ਦੇ ਮਾਰਤੰਡ, ਵਿਦਵਤਾ ਦੇ ਘਰ, ਸ਼੍ਰੀਮਾਨ ਸਤਿਕਾਰਯੋਗ ਮੋਹਨ ਸਿੰਘ ਜੀ। ਪਤਾ ਨਹੀਂ ਕਿੰਨੀ ਕੁ ਉੱਚੀ ਵਾਸਤਾ ਹੈ, ਕੋਈ ਪਤਾ ਨਹੀਂ ਲੱਗਦਾ। ਉਹਨਾਂ ਨੇ ਕਿ ਇੱਕੇ ਜਨ ਵਿੱਚ ਕਈ ਪਹਿਲਾਂ ਵਿਚਾਰ, ਉਹ ਕਹਿੰਦੇ ਬਈ ਕਾਰਜਯੁਗ ਤਾਂ ਹੁਣ ਬੜਾ ਤਿੱਖਾ ਹੈ। ਜੇ ਮੁੜ ਕੇ ਇਹਦੇ ਜਨ ਉਤਾਰਨਾ ਪਏਗਾ, ਬਹੁਤ ਦੁਰਦਸ਼ਾ ਹੈ। ਸਾਰਾ ਜ਼ੋਰ ਕਹਿੰਦੇ ਇੱਕ ਵਾਰੀ ਸਾਵਲ ਯਾਤਰਾ ਮਹਾਰਾਜ ਸੱਚੇ ਪਾਤਸ਼ਾਹ ਟਕਸਾਲ ਦੀ ਸੇਵਾ ਕਰਦੇ ਹੋਏ, ਅੰਮ੍ਰਿਤ ਦੀਆਂ ਦਾਤਾਂ ਵਰਤਾਂਦੇ ਹੋਏ, ਵਿਦਿਆ ਦਾਨ ਹੋਏ, ਸੱਚਖੰਡ ਵਸੈ ਨਿਰੰਕਾਰ। ਆਪਾਂ ਖਿਆਲ ਨਹੀਂ ਕਰਦੇ ਵੀ ਜਾਨਵਰ ਤੋਂ ਬਚੀਏ। ਆਪਾਂ ਸੰਸਾਰ ਉਡਾਰੀਆਂ ਵਿੱਚ ਮਾਇਆ ਮਗਰ ਪਏ ਹਾਂ, ਕੋਠੀਆਂ ਕਾਠੀਆਂ ਮਗਰ ਪਏ ਹਾਂ, ਵਡਿਆਈਆਂ ਦੇ ਛੱਜ ਭਾਲਦੇ ਹਾਂ, ਹੋਰੇ ਫੈਸ਼ਨਾਂ ਵਿੱਚ ਪੈ ਗਏ, ਅਮਲ ਵਿੱਚ ਰੁੜ ਗਏ। ਨੌਜਵਾਨ ਤੱਕ ਉਹ ਬੱਚੇ ਰੁੜੇ ਪਏ ਆਣੀ। ਸਾਡਾ ਬੁਰਾ ਹਾਲ ਹੈ। ਉਹ ਮੁੜ ਕੇ ਜਨਮ ਨਹੀਂ ਲੈਣਗੇ, ਧਾਏ ਉਹਨਾਂ ਦੀ ਧੌਣੀ ਖਤਮ ਹੈ। ਧਾਵਤ ਵਰਜ ਰਹਾਏ, ਜਿਹੜਾ ਧਾਉਂਦਾ ਮਨ ਸੀ ਉਹਨਾਂ ਨੇ ਰੋਕ ਲਿਆ, ਦਮਨ ਕਰ ਲਿਆ। ਜੇ ਮਨ ਰੁਕਿਆ, ਮਨ ਦੀ ਕਰਦਾ ਕਰਕੇ ਮਨ ਮੇਲੇ ਰੱਬ ਨਾਲ ਮਿਲ ਗਿਆ। ਉਹ ਧੌ ਕੇ ਜਨਮ ਧਾਰ ਕੇ ਮੁੜ ਕੇ
ਜਾਣ ਉਹ ਧਰਮ ਪੂਰੀ ਨਹੀਂ ਜਾਣਗੇ, ਆਣਗੇ ਨਹੀਂ, ਨਾ ਜਨ ਵਿੱਚ ਡੁੱਬਣਗੇ। ਜਿਹਵਾ ਏਕ ਅਨੇਕ ਗੁਣ। ਮਹਾਰਾਜ ਸੱਚੇ ਪਾਤਸ਼ਾਹ ਫਰਮਾਰੇ ਪੰਜਵੇਂ ਪਾਤਸ਼ਾਹ, ਉਹ ਸਾਡੀ ਤਾਂ ਜ਼ਬਾਨ ਇੱਕ ਹੈ। ਇੱਕ ਗੁਣ ਬੜੇ ਪ੍ਰਕਾਰ ਹੈ, ਬਹੁ ਗੁਣ ਮੇਰੇ ਸਾਹਿਬਾ। ਉਹ ਤਾਂ ਸਗਲ ਗੁਣਾਂ ਦਾ ਧਣੀ ਹੈ। ਕਿਹੜੇ ਪਰਉਪਕਾਰ ਉਹਦੇ ਕਰੋਗੇ, ਕਿਹੜਾ ਜਸ ਕਰੋਗੇ, ਕੀ ਆਖੋਗੇ। ਸਾਡੀ ਤਾਂ ਜ਼ਬਾਨ ਬੋਟੀ ਇੱਕ ਹੈ, ਉਹ ਥਾ ਗੁਣ ਸਰਵ ਗੁਣ ਦਾ ਧਣੀ ਹੈ। ਬਹੁਤ ਗੁਣ, ਬਾਲੇ ਗੁਣ ਹਨ। ਸਾਡੀ ਜੇਵਾ ਸ਼ੇਸ਼ ਨਾਗ 2000 ਰਸਨਾ ਹੈ। ਉਹਦੇ ਨਾਂ ਲੈ ਕੇ ਆਗਿਆ ਲੈ ਨਹੀਂ ਸਕਦਾ, ਨਾਮ ਨਹੀਂ ਪੂਰੇ ਲੈ ਸਕਦਾ। ਇਸ ਤਰ੍ਹਾਂ ਸਾਡੀ ਜ਼ਬਾਨ ਉਹਦਾ ਕੀ ਜਸ ਕਰ ਸਕਦੀ ਹੈ, ਕੀ ਵਰਨ ਕਰ, ਕਿਹੜੇ ਕਿਹੜੇ ਗੁਣ, ਸਾਰੇ ਗੁਣ ਹੈ। ਜਿਹੜੇ ਕੋਈ ਸੰਸਾਰ ਗੁਣ ਵਿਚਾਰੇ, ਗੁਣ ਹੁਨਰ ਹੈ, ਕੋਈ ਵੀ ਹੁਨਰ ਹੈ, ਵਿਦਿਆ ਹੁਨਰ, ਫਰਾਸਬਰ ਹੈ, ਸਪੀਕਰ ਸਪੀਕਰ ਜਾਏ, ਕੋਈ ਤੁਰੇ ਵਜ਼ੀਰ ਵਜੂਦੇ। ਇਹ ਕਿੱਥੋਂ ਆਏ ਹੈ? ਰੱਬ ਕੋਲੋਂ ਆਏ ਹੈ। ਕਿਹੜਾ ਨਹੀਂ ਚਾਹੁੰਦਾ ਗੁਣ ਨੂੰ ਲੈ ਲਓਗੇ। ਉਹ ਮਹਾਰਾਜ ਸਾਰਿਆਂ ਨੂੰ ਆਗੁਣ ਜੇ ਹੁਨਰ ਰੁਜ਼ਗਾਰਵਾਦ ਇਹ ਰੱਬ ਦੇ ਬਖਸ਼ੇ ਹੁਣ ਬਹੁਤ ਗੁਣ ਹਨ, ਬਹੁਤ ਗੁਣ ਹਨ। ਜੇ ਅਦ ਕਰੇ ਮਨ ਚਿੱਤ ਬਹੁਤ ਫਵਾਵਾ ਹੈ। ਆਪਾਂ ਤੇ ਕੋਈ ਪਰਉਪਕਾਰ ਦਾਨ ਪੁੰਨ ਚੰਗਾ ਕੰਮ ਹੋ ਜਾਵੇ, ਦੇਖਿਆ ਮੈਂ ਉਹ ਕੀਤਾ, ਮੈਂ ਇੰਨਾ ਦਾਨ ਕਰਤਾ, ਮੈਂ ਉਹ ਪਰਉਪਕਾਰ ਕਰਤਾ। ਉਹ ਦੇਖ ਲਓ ਪਰਮਾਤਮਾ ਅਪਰੋਖ ਹੋ ਕੇ ਪਾਲਿਆ, ਲੋਕਾਂ ਪਾਲਿਆ ਸਾਰਿਆਂ ਨੂੰ, ਜਨਾਂ ਦਾ ਹੀ ਨਹੀਂ, ਮੈਂ ਪਾਲਦਾ ਹਾਂ, ਮੈਂ ਤੁਹਾਡੇ ਕਾਰਜ ਰਾਸ ਕਰਦਾ। ਇਸ ਬਾਹਲੇ ਗੁਣ ਹਨ, ਗੁਣਾਂ ਦਾ ਅੰਤ ਨਹੀਂ ਪਰਮਾਤਮਾ ਦਾ। ਕਰੇ ਨਾਨਕ ਚਰਨੀ ਪਾਏ। ਜਿਹਨਾਂ ਨੂੰ ਤਰਨੀ ਪਾ ਗਿਆ ਉਹ ਤਰ ਗਏ। ਆਪਾਂ ਵੀ ਚਰਨੀ ਪੈ ਤਾਂ ਜਾਈਏ। ਜੇ ਸਾਡੀ ਇੱਛਾ ਹੋਗੀ ਤਾਂ ਹੀ ਰੱਬ ਚਰਨੀ ਪਾਊਗਾ। ਉਹ ਤਾਂ ਤਰੇ ਸੰਤ ਮਹਾਰਾਜ ਦੇ ਚਰਨ ਜਹਾਜ਼ਨ ਬੇੜਾ ਹੈ। ਚਰਨ ਪਏ ਸੰਤ ਬੋਹਿ ਥਾ। ਚਰਨ ਮਹਾਰਾਜ ਦੇ ਪਾਰ ਪਵੰਦਲੇ ਡਿਠ, ਪਾਰ ਪਵੰਦਲੇ ਡਿਠ ਮੈਂ ਸਤਿਗੁਰੂ ਬੇੜਾ ਚਾੜ। ਸਤਿਗੁਰ ਪੋਹਿਤ ਚਾੜ, ਜੋਟ ਬੰਦੇ ਆਪ ਸੋਤਰਾਏ ਖਿੰਡ ਖੇ। ਮਹਾਰਾਜ ਦੇ ਤਲ ਤਲ ਸਮਰੱਥ ਹੈ। ਜਿਹੜੇ ਚਰਨ ਹਨ ਦੁਨੀਆ ਤਾਰ ਕੇ ਰੱਖਦੇ, ਜਿਹੜੇ ਚਰਨ ਲੱਗੇ ਆ, ਜਿਨ੍ਹਾਂ ਨੂੰ ਚਰਨੀ ਲਾ ਲਿਆ ਸੁਭਾਗਿਆਂ ਨੂੰ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਤਰ ਗਏ, ਮੁਕਤ ਨਾਰੇ ਕੰਢੇ ਤੇ ਜਾ ਲਗੇ। ਫਲ ਗੁਣ ਨਿਤ ਸਲਾਹੀਐ। ਫਗਣ ਦਾ ਮਹੀਨਾ ਸ਼ੁਭ ਗੁਣ ਧਾਰਨ ਕਰ ਲਈਏ, ਗੁਣ ਲੱਗਣਗੇ ਫਿਰ ਗਿਆਨ ਹੋਊਗਾ। ਰੋਜ਼ ਨਿਤਾ ਪਰਤੀ, ਜਿਵੇਂ ਘਰੋਗੀ ਕੰਮ ਰੋਜ਼ ਕਰਦੇ ਆ, ਰੋਜ਼ ਅੰਨ ਪਾਣੀ ਖਾਂਦੇ ਆ, ਰੋਜ਼ ਨੀਂਦ ਲੈਂਦੇ ਆ। ਨਿਤਾ ਪਰਤੀ ਉਹਦੇ ਫਲ ਗੁਣ ਨਿਤ ਸਲਾਹੀ। ਸਿਫਤ ਕਰੀਏ ਰੋਜ਼ ਰੋਜ਼ ਰੋਜ਼, ਫਲ ਗੁਣ ਨਿਤ ਸਲਾਹੀ ਹੈ। ਨਿਤਾ ਪਰਤੀ ਉਹਦੀ ਸਿਫਤ ਸਾਡੀ ਬੁੱਧੀ ਕੀ ਕਰੂਗੀ? ਸਾਡੀ ਬੁੱਧੀ ਤਾਂ ਤੁਛ ਹੈ। ਮਹਾਰਾਜ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ, ਸਾਰੇ ਗੁਰਾਂ ਨੇ ਪੰਜਵੇਂ ਪਾਤਸ਼ਾਹ ਨੇ ਕਲਗੀ ਧਾਰਨ ਹੈ। ਸੌਖਾ ਢੰਗ ਗੁਰੂ ਰੂਪ ਬਾਣੀ ਹੈ। ਇਹ ਸਾਰਾ ਜਸ ਪਰਮਾਤਮਾ ਦਾ, ਸਾਰੇ ਜਸ ਬ੍ਰਹਮ ਗਿਆਨੀ ਦਾ ਸੇਵਾ ਭਾਵ ਪ੍ਰੇਮ ਭਗਤੀ ਹੈ। ਬਾਣੀ ਪੜ੍ਹੀ ਚਲੋ, ਸੁਖਮਨੀ ਸਾਹਿਬ ਪੜ੍ਹੋ, ਸਾਰੇ ਗੁਣ ਆ ਰਹੇ, ਸਾਰੇ ਰੱਬ ਦੇ ਹੀ ਬ੍ਰਹਮ ਗਿਆਨੀ ਦੇ ਲਕਸ਼ਣ ਹੋ ਰਹੇ ਹੈ, ਪ੍ਰੇਮਾ ਭਗਤੀ ਹੈ। ਗੁਰਬਾਣੀ ਪੜ੍ਹੋ, ਗੁਣਾਨੁਵਾਦ ਹੈ। ਉਸ ਨੂੰ ਨੇਤਾ ਪਰਤੀ ਸਲਾਹੀਏ। ਜਿਸਨੋ ਤਿਲ ਨਾ ਤਮਾਏ। ਜਿਸਨੂੰ ਤਿਲ ਨਹੀਂ ਤਮਾਣੀ। ਕਹਿੰਦੇ ਰੱਬ ਵੀ ਭੁੱਖਾ ਹੋਣਾ,
ਮੇਰੀ ਵਡਿਆਈ ਕਰੋ। ਉਹਨੂੰ ਤਾਂ ਤਮਾ ਇੱਛਾ ਹੈ ਨਹੀਂ ਮੇਰੀ ਵਡਿਆਈ ਕਰੋ। ਅਸੀਂ ਆਪਣੇ ਵਾਸਤੇ ਅਸੀਂ ਹਉਮੈ ਹੰਕਾਰ ਦੇ ਗਰੱਸੇ ਪਏ ਹਾਂ, ਵਿਕਾਰਾਂ ਦੇ ਗਰੱਸੇ ਪਏ ਹਾਂ। ਹਉਮੈ ਹੰਕਾਰ ਦੇ ਨਿਵਰਤ ਵਾਲੇ ਰੋਗ, ਜਨਮ ਮਰਨ ਦੇ ਦੁੱਖਾਂ ਨੇ ਭੰਨੇ ਪਏ ਹਾਂ। ਅਗਿਆਨ ਜਨ ਦੁੱਖਾਂ ਨੇ ਭੰਨੇ ਪਏ ਹਾਂ। ਉਹਨੂੰ ਕੋਈ ਤਮਾ ਨਹੀਂ। ਜੈਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਏ, ਘਾਟ ਨਾ ਜਾਹੇ। ਸਾਰੀ ਦੁਨੀਆ ਜਸ ਗਾਇਨ ਕਾਰਨ ਵੱਡਾ ਹੋ ਜਾਊ, ਉਹ ਤਾਂ ਪਹਿਲਾਂ ਹੀ ਵੱਡਾ। ਅਕਿਰਤ ਕਾਰਨ ਨਿੰਦਿਆ ਕਰਨ ਘਟ ਜਾਊ, ਉਹ ਤਾਂ ਕੁਝ ਨਹੀਂ ਕਰਦਾ। ਆਪਣੇ ਰੋਗ ਮਿਟਣ ਵਾਸਤੇ ਉਹਨੂੰ ਤਿਲ ਨਹੀਂ, ਤਮਾ ਹੀ ਨਹੀਂ। ਤਮਾ ਗੁਣਾ ਹੀ ਨਹੀਂ, ਤਮ ਅਗਿਆਨ ਹਨੇਰਾ ਹੀ ਨਹੀਂ, ਉਹ ਤਾਂ ਪ੍ਰਕਾਸ਼ ਸਰੂਪ ਹੈ। ਉਹਨੂੰ ਕੋਈ ਨਹੀਂ ਇੱਛਾ ਵੀ ਨਿਤ ਸਿਰਤ ਕਰੋ। ਆਪਣੇ ਭਲੇ ਵਾਸਤੇ ਆਪਾਂ ਆਪਣਾ ਭਲਾ ਕਰ ਲਈਏ। ਹਉਮੈ ਦੀਰਘ ਰੋਗ ਹੈ, ਬੜਾ ਹੈ। ਬਹੁਤ ਸਾਨੂੰ ਰੋਗ ਚਿਮੜੇ ਪਏ ਹੈ। ਉਹਦੀ ਸਿਫਤ ਕਰਨ ਖੁਸ਼ੀ ਲੈ ਕੇ ਆਪਣਾ ਭਲਾ ਕਰ ਲਈਏ। ਜਿਨ ਜਿਨ ਨਾਮ ਧਿਆਇਆ। ਮਹਾਰਾਜ ਰੱਬ ਦੇ ਪਿਆਰੇ ਭਗਤਾਂ ਸੰਤਾਂ ਨੇ ਜਿਹਨੇ ਬੜੇ ਭਗਤੀ ਕੀਤੀ ਹੈ, ਬੜਾ ਧਿਆਇਆ ਹੈ। ਕੋਈ ਉਹਨਾਂ ਨੂੰ ਮਿਲਿਆ ਵੀ ਹੈ? ਕਹਿੰਦੇ ਹਾਂ। ਜਿਨ੍ਹਾਂ ਭਗਤਾਂ ਸੰਤਾਂ ਗੁਰਮੁਖਾਂ ਪਿਆਰਿਆਂ ਨੇ ਨਾਮ ਨੂੰ ਧਿਆਇਆ ਹੈ, ਧਿਆਤਾ ਧਿਆਨ ਤੇ ਤਰਕੁਟੀ ਮੇਟ ਕੇ। ਧਿਆਤਾ ਮੇਰਾ ਅੰਤਕਾਰ ਨੇ ਧਿਆਰਿਆ ਹੈ। ਧਿਆਤਾ ਧਿਆਨ ਅੱਗੇ ਮੇਰਾ ਨੇਤਰਾ ਰਾਹੀਂ ਬੇਤੀ ਰਾਹੀਂ ਧਿਆਨ ਜਾ ਰਿਹਾ, ਤੇ ਅੱਗੇ ਵਸਤੂ ਹੈ ਜਾਂ ਕੋਈ ਫੋਟੋ ਹੈ ਗੁਰੂ ਨਾਨਕ ਦੇਵ ਕਲਗੀਧਰ ਦੀ, ਜਾਂ ਵਾਹਿਗੁਰੂ ਮੰਤਰ ਤੇ ਮੇਰਾ ਧਿਆਨ ਜਾ ਰਿਹਾ। ਤਰਕੋਟੀ ਬਣ ਗਈ, ਕਿਤਾ ਧਿਆਤਾ ਇੱਕ ਬਿਰਤੀ ਜਾ ਰਹੀ ਹੈ, ਕਿਤੇ ਵਸਤੂ ਹੋ ਗਈ। ਇਹ ਤਾਂ ਤਰਕੋਟੀ ਬਣ ਗਈ, ਨਾ ਬਿਰਤੀ ਜਾ ਰਹੀ ਨਾ ਤੇ ਵਾਸਤੇ ਹੋਏ ਆਸਨ ਪਾਵੇ। ਜਿਹੜੀ ਤੇ ਵਸਤੂ ਨਾ ਕਬੀਰ ਸਾਹਿਬ ਨੇ ਧਿਆਨ ਕਰਨ ਦਾ ਲਕਸ਼ਣ ਦੱਸਿਆ ਹੈ। ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਾਂ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਦ ਤੂੰ। ਮੈਂ ਨਿਕਲਦੀ ਨਹੀਂ ਉੱਥੇ, ਤੂੰ ਹੀ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਤੇ ਕਾਰ ਬਿਰਤੀ ਕਰਕੇ, ਬ੍ਰਹਮਾਕਾਰ ਬਿਰਤੀ ਕਰਕੇ ਤੇ ਉਹਨਾਂ ਦੇ ਕਾਜ ਸਾਰੇ ਕਾਰਜ ਸਰ ਗਏ। ਤੇ ਆਇਆ ਸੀ ਕਬੀਰ ਨੇ ਅਨ ਜਗ ਪੂਰਾ ਕਰਤਾ। ਤੇ ਆਇਆ ਨਾਮਦੇਵ ਨੇ ਛਬਰੀ ਬਣ ਦਿੱਤੀ। ਤੇ ਆਇਆ ਧੰਨੇ ਭਗਤ ਨੇ ਦੇਖ ਲੋ ਹਲ ਟਾਕੀ ਗਏ, ਗਊਆਂ ਚਾਰੀ ਗਏ। ਉਹਨਾਂ ਦੇ ਲੋਕ ਰੋਕਦੇ ਸਾਰੇ ਕਾਰ ਸਿਮਰ ਗਏ, ਸਾਰੇ ਕਾਰ ਠੀਕ ਹੋ ਗਏ। ਹਰ ਗੁਰ ਪੂਰਾ ਆਰਾਧਿਆ। ਜਿਨ੍ਹਾਂ ਨੇ ਵੀ ਤਿਨ ਕੇ ਕਾਜ ਸਰੇ ਸਬਰ ਕੇ ਕਾਜ ਕਾਰ ਸਰ ਪਰ ਭੀਜੈ। ਜਿਵੇਂ ਹੋਤੀ ਮਰਦਾਨ ਮਹਾਂਪੁਰਖ ਰੱਬ ਦੇ ਪਿਆਰੇ ਤਤ ਬੇਤੇ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸ਼ਾਮ ਦੇ ਵੇਲੇ ਰਹਿ ਰਾਸ ਪੜ੍ਹੀ। ਰਹਿ ਰਾਸ ਪੜ੍ਹਨ ਤੋਂ ਸਮਾਧੀ ਲੱਗ ਗਈ, ਧਿਆਨੇ ਜੁੜ ਗਿਆ। ਸਵੇਰੇ ਅੱਖ ਖੋਲ੍ਹੀ ਅੰਮ੍ਰਿਤ ਵੇਲੇ, ਕਹਿੰਦੇ ਮੇਰੀ ਗੈਰ ਹਾਜ਼ਰੀ ਲੱਗੀ ਹੋਣੀ। ਕਹਿੰਦੇ ਲੈ ਤੁਸੀਂ ਤਾਂ ਮੇਰੇ ਸੱਜੇ ਹੱਥ ਸੀ, ਤੁਸੀਂ ਤਾਂ ਆਇਆ ਅਫਸਰ ਬਾਕਾਇਦਾ ਸਲੂਟ ਦਿੱਤਾ। ਉਹ ਕਹਿੰਦੇ ਬੰਦਾ ਤਾਂ ਮੇਰੀ ਥਾਂ ਆਹ ਕੰਮ ਮੇਰਾ ਪਹਿਰਾ ਦੇ ਨਹੀਂ ਸਕਦਾ। ਇਹ ਤਾਂ ਕਲਗੀਧਰ ਨੇ ਮੇਰਾ ਰੂਪ ਧਾਰ ਕੇ ਮੇਰਾ ਕਾਰ ਸਾਰਿਆ। ਹੁਣ ਆਹ ਸਰਕਾਰੀ ਨੌਕਰੀ ਕਰਨੀ, ਹੁਣ ਤਾਂ ਉਹਨਾਂ ਦੀ ਨੌਕਰੀ ਕਰਨੀ। ਕਲਗੀਧਰ ਤੁਸੀਂ ਜਿਹਨਾਂ ਨੇ ਮੇਰਾ ਪਹਿਰਾ ਦਿੱਤਾ। ਸਵੇਰੇ ਅਫਸਰ ਨੂੰ ਆਖਣ ਲੱਗੇ, ਕਹਿੰਦੇ ਬਈ ਹੁਣ ਅਸੀਂ ਨੌਕਰੀ ਨਹੀਂ ਕਰਨੀ। ਉਹ ਕਹਿੰਦੇ ਤੁਹਾਡੇ ਵਰਗੇ ਤਾਂ ਗੁਰਮੁਖ ਚਾਹੀਦੇ ਆ। ਤੁਸੀਂ ਤਾਂ
ਸੰਗਾਰ ਹੋ ਫੌਜ ਦੇ ਸੰਗਾਰ। ਤੁਹਾਡੀ ਕੋਈ ਵੀ ਡਿਊਟੀ ਨਹੀਂ, ਸਾਰੀ ਮੁਆਫ ਹੈ। ਅਸੀਂ ਤੁਹਾਡਾ ਨਾਮ ਨਹੀਂ ਕੱਟਣਾ। ਕਹਿੰਦੇ ਕੱਟ ਦਿਓ। ਨਹੀਂ, ਅੱਛਾ। ਕਹਿੰਦੇ ਸਾਡਾ ਨਾਮ ਹੈ ਹੀ ਨਹੀਂ। ਜਦੋਂ ਭਰਤੀ ਹੋਏ ਸਾਰਾ ਉਦੋਂ ਤਾਂ ਪੋਲਾ ਫੋਲ ਕਿਤੇ ਨਾਮ ਆਇਆ ਹੀ ਨਹੀਂ। ਇਸ ਤਰ੍ਹਾਂ ਕਾਰ ਸਰ ਗਿਆ। ਅਸੀਂ ਨਾਮ ਨਹੀਂ ਕੱਟਣਾ, ਨਾਮ ਲਿਖਣਾ ਹੀ ਨਹੀਂ। ਕਿਹੜੇ ਦਿਨ ਕਾਰ ਸਰ ਜਿਹਨਾਂ ਤੇ ਆਇਆ ਉਹਨਾਂ ਦੇ ਕਾਰਜ, ਪਹਿਲੀ ਗੱਲ ਤਾਂ ਕਾਰਜ ਚੰਗਾ ਮੁੱਖ ਰੱਖਦੇ, ਚੰਗਾ। ਸੰਸਾਰਕ ਵਡਿਆਈਆਂ ਛਡਾਈਆਂ ਪਦਾਰਥ ਨਹੀਂ ਮੰਗਦੇ, ਉਹ ਅੱਛੀ ਚੀਜ਼ ਮੰਗਦੇ। ਫਿਰ ਕੀਤਾ ਲੋਨ ਸੋਈ ਕਰਾਨ ਦਰ, ਫਿਰ ਨਾ ਕੋਈ ਫਾਇਦਾ। ਜੋ ਮੰਗੇ ਠਾਕਰ ਸੋਈ ਸੋਈ ਦੇਵ ਹੈ। ਉਹਨਾਂ ਤੇ ਵਾਹਿਗੁਰੂ ਲੁਕੋ ਕੇ ਨਹੀਂ ਰੱਖਦਾ, ਉਹਨਾਂ ਦੇ ਕਾਰਜ ਪੂਰੇ ਕਰ ਦਿੰਦਾ ਹੈ। ਹਰ ਗੁਰ ਪੂਰਾ ਆਰਾਧਿਆ। ਹਰੀ ਦੇ ਸਰੂਪ ਪੂਰੇ ਬ੍ਰਹਮ ਵਿਗ੍ਰਹਿ ਗੁਰੂ ਹੈ। ਗੁਰਾਂ ਨੂੰ ਗੁਰਾਂ ਦੁਆਰਾ ਆਰਾਧਿਆ, ਚਿੰਤਨ ਕੀਤਾ ਹੈ, ਯਾਦ ਕੀਤਾ ਹੈ, ਧਿਆਨ ਜੋੜਿਆ ਹੈ। ਦਰਗਹਿ ਸੱਚ ਖਰੇ। ਦਰਗਾਹ ਵਿੱਚ ਸਾਵਧਾਨ ਖਰੇ ਖਰੇ ਚੰਗੇ ਹਨ, ਅੱਛੇ ਹਨ। ਉਹਨਾਂ ਨੇ ਖੋਟਾ ਕੰਮ ਕੀਤਾ ਹੀ ਨਹੀਂ, ਮਾੜਾ ਕੰਮ ਕੀਤਾ ਹੀ ਨਹੀਂ। ਜੇ ਖੋਟਾ ਕੰਮ ਕਰਨ ਅੱਗੇ ਖੋਟੇ ਤਾਂ ਨਿਕਲਣ, ਉੱਥੇ ਖੋਟੇ ਸੱਟੇ ਖਰੇ ਕਿਚੈ ਸਾਬਾਸ। ਸੰਗਤ ਵਿੱਚ ਖੋਟਾਈ ਛੱਡਤੀ, ਚੰਗੇ ਗੁਣ ਧਾਰੇ, ਖਰੇ ਚੰਗੇ ਹੈ, ਬਹੁਤ ਅੱਛੇ ਹੈ, ਬਹੁਤ ਵਧੀਆ ਹਨ। ਉਹ ਪ੍ਰਭ ਦੇ ਪਿਆਰੇ। ਸਰਬ ਸੁਖਾ ਨਿਧ ਚਰਨ ਹਰ। ਹਰੀ ਦੇ ਚਰਨ ਤਾਂ ਸਾਰੇ ਸੁੱਖਾਂ ਦੀ ਨਿਧੀ ਹੈ, ਖਜ਼ਾਨਾ ਹੈ। ਚਿਤ ਚਰਨ ਨਾਮ, ਨਿਰਾਕਾਰ ਦੇ ਨਾਮ ਚਰਨ, ਪ੍ਰਕਾਸ਼ ਸੱਚ ਚਿਤ ਆਨੰਦ ਦੇ, ਸਰਬ ਸਰੂਪ ਦੇ ਹਿਰਦੈ ਚਰਨ ਸ਼ਬਦ ਸਤਿਗੁਰੂ ਨਾਨਕ ਬੰਧਿਓ। ਜਿਹਦੇ ਤਾਵੇ ਅਸੀਂ ਬੈਠੇ ਹਾਂ ਸਾਰੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੱਲਾਂ ਕਰਨੀਆਂ ਜਪਜੀ ਸਾਹਿਬ ਪੜ੍ਹ ਲਓ ਸਾਡਾ। ਜਿਹੜੇ ਸਾਡੇ ਅੱਖਰ ਰੋਮ ਹਨ, ਬਸ ਸੰਸਾਰ ਲੱਕ ਹੈ। ਰਾਗਮ ਵਾਲਾ ਸਾਡੇ ਚਰਨ ਹਨ। ਇਹ ਸਰਬ ਸਭ ਦਾ ਅਵਤਾਰ ਹੈ। ਕਹਿੰਦੇ ਕੋਈ ਦੱਸੋ, ਸੰਕਟ ਆ ਗਿਆ, ਕੋਈ ਸਾਹਿਬ ਦੱਸੋ। ਬਹੁਤ ਰੱਖਿਆ ਦੇ ਸ਼ਬਦ, ਸ੍ਰੀ ਰਾਗ ਸੋੜ ਬੜੇ ਰੱਖਿਆ ਦੇ, ਹਰ ਥਾਂ ਬਲਾਵੜੇ ਰੱਖਿਆ ਦੇ ਬੜੇ ਸ਼ਬਦ ਹਨ। ਕੋਈ ਪੜ੍ਹੋ ਤਾਂ ਸਹੀ, ਤੀਆਇਆ ਦੂਆ ਹੇਠਾਂ ਲਿਖਿਆ ਹੁੰਦਾ ਚਰਨਾਂ ਵਿੱਚ। ਉਹ ਸ਼ਬਦ ਦਾ ਮਤਲਬ ਹੁੰਦਾ ਵੀ ਇੰਨੇ ਲੱਖਾਂ ਵਾਰੀ ਇਸ ਸ਼ਬਦ ਦਾ ਅਭਿਆਸ ਕਰੋ ਤਾਂ ਕੁਝ ਤੁਹਾਡਾ ਕਾਰ ਸਬਰੂਗਾ। ਇਹਨਾਂ ਨੇ ਵੀ ਪਰਮਾਤਮਾ ਦਾ ਧਿਆਨ ਕੀਤਾ, ਚੇਤੇ ਉਹਨਾਂ ਦੇ ਕਾਰ ਸਾਰੇ ਸਬਰ ਗਏ। ਭੋ ਜਲ ਬਿਖਮ ਤਰੇ। ਬੜਾ ਕਰੜਾ ਸੰਸਾਰ ਤਰਨਾ ਹੈ, ਬਹੁਤ ਔਖਾ ਹੈ। ਮੋਹ ਦਾ ਪਾਣੀ, ਪਦਾਰਥਾਂ ਦਾ ਪਾਣੀ ਡੋਬੂ ਹੈ। ਬੜੇ ਬੜੇ ਡੁੱਬੀ ਜਾਂਦੇ, ਮੁਖੀ ਮੰਤਰ ਜੇ ਡੋਬੀ ਜਾਂਦੇ, ਮਾਇਆ ਵਿੱਚ ਡੁੱਬ ਗਏ, ਪਦਾਰਥ ਡੁੱਬ ਗਏ, ਬੜੇ ਵੀ ਡੁੱਬ ਰਹੇ ਹਨ। ਇੱਥੇ ਮਗਨ ਬਸ ਕਾਮ ਕ੍ਰੋਧ ਬੜੇ ਹੈ। ਕਿਸ ਨੂੰ ਕਾਮ ਖਾ ਰਿਹਾ, ਕਿਸ ਨੂੰ ਕ੍ਰੋਧ ਖਾ ਰਿਹਾ, ਮਗਨ ਬਸ ਪਏ ਹੈ। ਵਿਸ਼ਿਆਂ ਦੀ ਬੜੀ ਗਰਲਤਾ, ਗੱਪ ਬੜਾ ਇੱਥੇ, ਬਹੁਤ ਬੁਰਾ ਹਾਲ ਹੈ। ਤੇਰੇ ਸਾਹਮਣੇ ਅੱਗ ਬੜੀ ਭੜਕ ਰਹੀ ਹੈ। ਵਾਸਨਾ ਲਹਿਰਾਂ ਬੜੀ ਹਨ। ਜਿਹੜਾ ਕਠਿਨ ਹੈ, ਬੜਾ ਔਖਾ ਹੈ। ਸਮੁੰਦਰ ਮਾਰ ਜੀਵੜੇ ਵੀ ਗੋਤਾ ਹੀ ਲਾ ਸਕਦੇ, ਔਖਾ ਹੈ। ਉਹ ਭੋ ਤੈਗ ਸੰਸਾਰ ਤੋਂ ਮੁਕਤ ਹੋ ਗਏ, ਨਾਮ ਜਹਾਜ਼ ਤੇ ਚੜ੍ਹ ਕੇ, ਗੁਰੂ ਮਹਾਰਾਜ ਦੇ ਸਿਮਰਤ ਜਹਾਜ਼ ਤੇ ਚੜ੍ਹ ਕੇ ਸੰਸਾਰ ਤੋਂ ਮੁਕਤ ਹੋ ਗਏ। ਪ੍ਰੇਮ ਭਗਤ ਤਿਨ ਪਾਈਆ। ਪ੍ਰੇਮਾ ਭਗਤ
ਪਰਾ ਬਾਣੀ ਪਰਾ ਬਹੁਤ ਵੱਡੀ ਹੈ। ਪ੍ਰੇਮ ਨਾਲ ਸਦ ਮਨੋਂ ਮਿਲੂਗਾ, ਪਰ ਉਹ ਕਾਲਿਆ ਕਿਸੇ ਦਾ ਇੱਕ ਤਿਲ ਨਾ ਗਵਾਹੀ। ਉਹ ਨਗਦ ਵੀ ਨਹੀਂ। ਜਿਵੇਂ ਫਰੀਦ ਦੀ ਮਾਂ ਨੇ ਚੋਰੀ ਜੀ ਕਰਨ ਲੱਗਿਆ, ਹੋਰੇ ਕੋਲ ਬਾਜਰੇ ਹੋਰੇ ਚ ਕਰ ਲਿਆ ਸੀਗਾ। ਕਲੰਗ ਜਾ ਬੋਲਿਆ, ਯਾਰ ਹੜਾ ਤੂੰ, ਕਹਿੰਦਾ ਜ਼ਿਮੀਦਾਰ ਬੜਾ ਮਿਹਨਤ ਵਾਲਾ ਹੈ। ਮੈਂ ਘੋੜੀ ਤੇ ਚੜਿਆ ਹੋਇਆ, ਐਵੇਂ ਭੁੱਖ ਨਹੀਂ ਕੁਝ ਨਹੀਂ। ਬਾਜਰੇ ਦਾ ਸਿੱਟਾ ਭੋਰਾ ਕੇ 12 ਦਾਣੇ ਖਾ ਗਿਆ ਸੀਗਾ। 12 ਸਾਲ ਤਾਂ ਮੈਂ ਇੱਥੇ ਆਹ ਬੈਲ ਬਣ ਕੇ ਨਾ ਹਲ ਵਿੱਚ ਚਲਿਆ, ਤੇ ਹੁਣ ਜਿਹੜਾ ਫੋਸ ਉਹਦੇ ਵੱਟੇ ਹੱਡ ਪਏ ਮੇਰੇ। ਦੇਖ ਲੈ ਤੂੰ ਤਾਂ ਪੰਡ ਲਈ ਜਾਂਦਾ, ਉੱਥੇ ਹੀ ਪੰਡ ਛੱਡਿਆ। ਕਿੱਥੇ ਗਿਆ ਸੀ? ਉਹ ਮਾਂ ਮੈਨੂੰ ਗੁੜ ਖਾਣ ਦਾ ਸੁਭਾਅ ਹੈ। ਮੈਂ ਗੁੜ ਖਾ, ਕਹਿੰਦੇ ਫੇਟੇ ਮੁੱਤ ਸਤਿਕਾਰ ਹੈ। ਗੁੜ ਖਾਣ ਦੀ ਇੱਛਾ? ਹਾਂ। ਫਿਰ ਨਵਾਜ਼ ਪੜ੍ਹ, ਤੈਨੂੰ ਨਗਦ ਦਊਗਾ, ਨਗਦ ਉਧਾਰ ਵੀ ਨਹੀਂ। ਮਾਂ ਬੜੀ ਸਿਆਣੀ ਸੀ। ਆਪੇ ਕਦੇ ਸ਼ੱਕਰ, ਕਦੇ ਮਿਸਰੀ, ਕਦੇ ਦੁੱਧ, ਕਦੇ ਸ਼ਹਿਦ ਰੱਖ ਦੇਣਾ, ਮਸਾਲਾ ਜਾ ਵਿਛਾਏ ਦੇ ਹੇਠਾਂ। ਪੁੱਤਰ ਮਿਲਿਆ? ਹਾਂ, ਸ਼ਹਿਦ ਮਿਲ ਗਿਆ। ਸ਼ੱਕਰ ਖੰਡ ਨਵਾਦ ਕੋਲ ਮਾਝਿਓ ਮਾਖਿਓ ਮਾਝਾ ਤੂੰ ਸਭੇ ਵਾਸਤੋਂ ਬੈਠਿਆ, ਰਬ ਨਾ ਪਹੁੰਚਿਆ ਤੁਧ। ਮਾਤਾ ਜੀ ਸਾਰੀ ਚੀਜ਼ਾਂ ਆ, ਸ਼ੱਕਰ ਵੀ, ਖੰਡ ਵੀ, ਨਵਾਤ, ਮਿਸਰੀ ਵੀ, ਸ਼ਹਿਦ ਵੀ, ਪਰ ਰੱਬ ਨਾ ਪੁੱਜਣ ਤੁਧ। ਅੱਜ ਖੋਹ ਤੇ ਚਲੀ ਗਈ। ਕਹਿੰਦੇ ਘਰੋਂ ਅੜਵਾਈ। ਹੁਣ ਅੱਜ ਮੈਂ ਕੋਈ ਰੱਖਿਆ ਨਹੀਂ, ਨਵਾਜ਼ ਪੜ੍ਹ ਕੇ ਤੁਰਿਆ ਫਿਰਦਾ ਸੀ। ਪੁੱਤਰ ਕੋ ਮਿਲਿਆ, ਕਹਿੰਦੇ ਅੱਜ ਤਾਂ ਬਹੁਤ ਕੁਝ ਮਿਲ ਗਿਆ। ਮੈਂ ਖਲਾਂ ਦੀ ਚੀਜ਼ਾਂ, ਕਹਿੰਦੇ ਠੀਕ ਹੈ, ਧੰਨਵਾਦ ਮਾਤਾ ਜੀ। ਸ਼ਹਿਦ ਵੀ ਖਲਾਂ ਦੀ, ਸ਼ੱਕਰ, ਮਿਸਰੀ, ਬੜਾ ਕੁਝ। ਪਰ ਇਹ ਤਾਂ ਮੈਂ ਕੀ ਚੀਜ਼ ਹੈ? ਇਹ ਤਾਂ ਰਸਨਾ ਤੇ ਮੂੰਹ ਤੇ ਰੱਖੀਏ, ਰਵਾ ਅੰਦਰ ਗਏ ਤਾਂ ਪੇੜਾ ਕੋਈ ਹੈ ਨਹੀਂ। ਅੱਜ ਤਾਂ ਮੇਰੇ ਰੋਮ ਖੜੇ ਹੈ। ਰਸਨਾ ਗਿੱਧੀ ਆਪੇ ਜਾਪ ਹੋ ਰਿਹਾ, ਐਟੋਮੈਟਿਕਲ ਜਾਪ। ਰੱਬ ਵੀ ਉਹਨਾਂ ਨੂੰ ਮਿਲਦਾ ਜਿਹਨਾਂ ਦਾ ਆਪੇ ਜਪਾ ਜਾਪ ਹੁੰਦਾ, ਉਹ ਤਾਂ ਹੀ ਪ੍ਰੇਮਾ ਭਗਤੀ ਮਿਲਦੀ ਹੈ। ਹਰ ਵੇਲੇ ਦਾ ਜਾਪ ਹੁੰਦਾ, ਵਾਸਤਾ ਬੜੀ ਹੁੰਦੀ ਹੈ। ਉਹਨਾਂ ਦੇ ਫਿਰ ਕਾਰਜ ਵੀ ਵਾਹਿਗੁਰੂ ਸਵਾਰ ਦਿੰਦਾ ਹੈ। ਵਿਖਿਆ ਨਾਹੀ ਜਰੇ, ਵੇਖਿਆ ਲੈ ਡੁੱਬੇ ਪਰਿਵਾਰ। ਪੁਰਾਣਾ ਦੇ ਪਰਿਵਾਰ ਵੇਖਿਆ ਮਾਇਆ ਦੀ ਜ਼ਹਿਰ ਚੜ੍ਹ ਜਾਂਦੇ। ਵੇਖਿਆ ਨਾਹੀ ਜਰੇ, ਉਹ ਵੇਖਿਆ ਬਿਉਰੂ ਮਾਇਆ ਵਿੱਚ ਸੜਦੇ ਨਹੀਂ। ਮਾਇਆ ਦੇ ਮੋਹ ਬੁਕਾਰਾਂ ਦੀ ਜ਼ਹਿਰ ਵਿੱਚ ਜਰੇ ਸੜਦੇ ਨਹੀਂ। ਜੜੇ ਉਹ ਮਾਇਆ ਦੇ ਵਿੱਚ ਜਕੜੇ ਨਹੀਂ ਜਾਂਦੇ। ਉਹਨਾਂ ਮਾਇਆ ਦੀ ਜ਼ਹਿਰ ਚੜ੍ਹਦੇ ਨੇ। ਕੂੜ ਗਏ ਦੁਬਿਧਾ ਨਸੀ, ਉਹਨਾਂ ਦੇ ਐਵੇਂ ਟੀਚਰਾਂ ਕੂੜ ਕਬਾੜ ਬੋਲੀ ਜਾਣਾ, ਝੂਠੇ ਜੇ ਬੋਲਦੇ ਨਹੀਂ। ਬੋਲ ਚਲੇ ਗਏ। ਕੂੜ ਝੂਠੇ ਪਦਾਰਥ ਐਵੇਂ ਆਪਣੀ ਪ੍ਰਚਾਰ ਦੇ ਧੋਖਾ ਦਿੰਦੇ ਆ ਨਾਲ। ਇਹ ਕੂੜੇ ਪਦਾਰਥ ਚਲੇ ਉਹਨਾਂ ਦੇ ਕੂੜ ਆਦਿ ਬੋਲਣਾ, ਆ ਚਲੇ ਗਿਆ ਸਾਰਾ ਕੁਝ। ਦੁਬਿਧਾ ਨਸੀ, ਦੁਬਿਧਾ ਨਸੀ, ਦੋ ਚਿੱਤਾ ਮਤੀ, ਦੋ ਚਿੱਤੀ ਹੋਣੀ ਦਵੈਤ ਵਾਲੀ। ਉਹ ਸੰਗਤ ਵਾਲੇ ਪਾਸੇ ਲਗੀਏ, ਜਪ ਤਪ ਕਰੀਏ, ਕਿਆ ਸੰਸਾਰ ਕੰਮ ਕਰੀਏ। ਆ ਦੋ ਤਰ੍ਹਾਂ ਦੀ ਮਤੀ ਇੱਕ ਪਾਸੇ ਲਾਗੇ, ਰੱਬ ਵਾਲੇ ਪਾਸੇ ਲਾ ਕੇ ਨਿਵਰਤੀ ਪੱਖ ਬਰਾਗ ਲੈ ਲਿਆ, ਸੰਸਾਰ ਦਾ ਤਿਆਗ ਕਰ ਲਿਆ ਉਹਨਾਂ ਨੇ। ਪੂਰਨ ਸੱਚ ਭਰੇ, ਉਹ ਲਵਾ ਲਵ ਨੱਕੋ ਨੱਕੀ ਭਲੇ ਹਨ। ਪੂਰਨ ਸੱਚ ਭਰੇ, ਭਲੇ ਹੋ ਗਏ। ਉਹ ਪੂਰਨ ਲਵਾ ਲਵ ਨੱਕੋ ਨੱਕੀ ਸੱਚ ਸੁਖ ਨਾਲ, ਆਤਮਾ ਆਨੰਦ ਸੁਖ ਨਾਲ
ਭਰੇ ਪਏ ਹਨ। ਪਾਰ ਬ੍ਰਹਮ ਪ੍ਰਭ ਸੇਵਦੇ। ਉਹ ਅਜੇ ਵੀ ਚਿੰਤਨ ਕਰੀ ਜਾਂਦੇ। ਸਖਿਆਤ ਬੜਾ ਕੁਝ ਹੋਇਆ, ਕਾਰਜ ਵੀ, ਪਰ ਅਜੇ ਵੀ ਚਿੰਤਨ ਕਰੀ ਜਾਂਦੇ। ਪਾਰ ਜੋ ਉਤਕ੍ਰਿਸ਼ਟ ਹੈ ਬ੍ਰਹਮ ਪ੍ਰਕਾਸ਼ ਕਾ ਹੈ, ਉਹਦਾ ਚਿੰਤਨ ਕਰੀ ਜਾਂਦੇ। ਕਹਿੰਦੇ ਕਾਰਜ ਉਸਨੇ ਸਵਾਰੇ ਹੈ, ਪ੍ਰੇਮਾ ਭਗਤੀ ਉਸਨੇ ਬਖਸ਼ੀ ਹੈ। ਸੇ ਜਦੋਂ ਹੀ ਪ੍ਰਗਟ ਹੋ ਚੇਤੇ ਕਰੀ ਜਾਂਦੇ, ਧੰਨਵਾਦ ਕਰੀ ਜਾਂਦੇ ਰੱਬ ਦਾ। ਮਨ ਅੰਦਰ ਏਕ ਤਰੇ। ਮਨ ਵਿੱਚ ਇੱਕ ਨੂੰ ਧਾਰਦੇ ਆ, ਸਜੇ ਖੱਬੇ ਖਿਆਲ ਰੱਖ, ਮਨ ਦੇ ਵਿੱਚ ਧਾਰ ਕੇ, ਮਨ ਵਿੱਚ ਵਸਾ ਕੇ, ਮਨ ਨੂੰ ਇਕਾਗਰ ਕਰਕੇ। ਹੋਰ ਨਹੀਂ ਕੋਈ ਫੁਰਨਾ ਰੱਖਦੇ ਹੋ, ਹੋਰ ਸਾਰੇ ਫੁਰਨੇ ਖਤਮ ਹਨ। ਮਨ ਵਿੱਚ ਇੱਕ ਰੱਬ ਦੀ ਪ੍ਰਾਪਤੀ ਸਿੱਖਿਆ ਦਾ ਇੱਛਾ ਰੱਖ ਕੇ ਉਹ ਚਿੰਤਨ ਕਰਦੇ, ਮਨ ਇਕਾਗਰ ਕਰਕੇ ਸਾਵਧਾਨ। ਮਹਾ ਦਿਵਸ ਮੂਰਤ ਭਲੇ। ਹੁਣ ਦੇ ਮਹਾ ਦਿਵਸ ਦਿਨ ਵੀ, ਮਹਾ ਦਿਵਸ ਮੂਰਤ 2 ਘੜੀ, 1 ਘੜੀ ਸਾਰੇ ਭਲੇ ਹਨ ਸੰਗਤ ਕਰਨ ਵਾਲੇ ਦੇ। ਏਕ ਪਾਲਕ ਸੁਖ ਸਕੋਟ ਬਕੁੰਠ ਹੈ ਪਾਏ। ਬਹੁਤ ਭਲੇ ਹੈ। 2 ਘੜੀ ਉਹ ਪਲ ਵੀ, ਜਿਸ ਵੇਲੇ ਸੰਗਤ ਆ ਗਏ ਉਹ 2 ਘੜੀਆਂ ਸਮਾਂ, ਜਿਸ ਵੇਲੇ ਬਿਰਤੀ ਜੁੜ ਗਈ ਉਹ ਸਮਾਂ। ਸੰਗਤ ਕਰਨ ਵਾਲਿਆਂ ਦਾ ਭਲਾ ਹੀ ਭਲਾ ਹੈ। ਜਿਵੇਂ ਸੰਗਤ ਦਾ ਗੁਣ ਬਹੁਤ ਕਈ ਪੜ ਸੋਆ ਗਣ ਕੁਧਾਰੇ। ਮਹਿਮਾ ਸਾਧੂ ਸਾਂਕੀ ਸੁਨ ਵਰੇ ਮਿੱਤਾ, ਮੈਲ ਕੋਈ ਕੋ ਨਿਰਭੈ ਚੇਤਾ। ਸੰਗਤ ਜਿਹੜਾ ਘੜੀ ਲੱਗ ਗਿਆ, ਅੱਧੀ ਘੜੀ ਵੀ ਲੱਗ ਗਈ, ਸੰਤਨ ਸਾਹਿਬ ਦੀ ਗੋਸ਼ਟ ਹੈ। ਬਹੁਤ ਵੱਡੀ ਚੀਜ਼ ਹੈ ਸੰਗਤ। ਸੰਗਤ ਵਰਗੇ ਤਾਂ ਕੋਈ ਹੋਰ ਚੀਜ਼ ਹੈ ਨਹੀਂ। ਜਿਵੇਂ ਵਿਸ਼ਵਾਮਿੱਤਰ ਤਾਂ ਬੜਾ ਕਰ ਤਪੀ ਬਹੁਤ ਹੋਇਆ, ਰਾਜਾ ਵੀ ਤਪੀ। ਇਹ ਇੱਕ ਵੇਰਾ ਵਸ਼ਿਸ਼ਟ ਬ੍ਰਹਮ ਗਿਆਨੀ ਤੱਤ ਬੇਤੇ ਹੋਏ ਰੱਬ ਦੇ ਪਿਆਰੇ। ਅਨੰਦਪੁਰ ਸਾਹਿਬ ਜਿੱਥੇ ਠੇਰੀਆਂ, ਇੱਥੇ ਨਿਵਾਸ ਰੱਖਦੇ ਹੁੰਦੇ ਸਨ। ਗਰੀਤੀ ਸੀ। ਵਿਸ਼ਵਾਮਿੱਤਰ ਮਿਲਣ ਗਿਆ। ਉਹ ਆਖਣ ਗਿਆ ਮੈਂ ਖਾਲੀ ਹੱਥ ਆ ਗਿਆ। ਸਖਣੇ ਹੱਥ ਜਾਣਾ ਰੱਬ ਦੇ ਪਿਆਰਾ ਕੋਲ ਠੀਕ ਨਹੀਂ ਹੈ। ਕੋਈ ਖਿਆਲ ਨਹੀਂ ਕੀਤਾ, ਮੈਂ ਸੁੱਤੇ ਆ ਗਿਆ। ਉਹ ਆਖਣ ਲੱਗਿਆ ਵਸ਼ਿਸ਼ਟ ਜੀ ਰੱਬ ਦੇ ਪਿਆਰੋ, ਮੈਂ ਆਪਦੇ ਕੋਲ ਪੁੱਜਿਆ ਹਾਂ ਪਰ ਖਾਲੀ ਹੱਥ ਖਿਆਲ ਨਹੀਂ ਕੀਤਾ। ਮੈਂ ਤਪ ਕਰਦਾ, ਤਪ 75,000 ਵਰਾ ਮੈਂ ਤਪ ਕੀਤਾ ਹੈ। ਉਹਦੇ ਵਿੱਚੋਂ 47,000 ਵਰਾ ਮੈਂ ਤੁਹਾਨੂੰ ਤਪ ਦਾ ਫਲ ਦਿੰਦਾ ਹਾਂ। ਉਹ ਕਹਿੰਦੇ ਤਪ ਤੂੰ ਕੀਤਾ? ਨਾ ਨਾ, ਮੈਂ ਤੁਹਾਨੂੰ ਫਲਾਂ ਦੀ ਬਜਾਏ 47,000 ਤਪ ਦਾ ਦਾਨ ਦੇ ਰਿਹਾ, ਪ੍ਰਵਾਨ ਕਰੋ। ਕਹਿੰਦੇ ਤੇਰੀ ਮੌਜ ਹੈ, ਤੂੰ ਵੀ ਚਲੋ। ਵਿਸ਼ਵਾਮਿੱਤਰ ਤਪ ਕਰਦਾ ਹੈ, ਮੈਂ ਤੇਰਾ ਵੀ ਸਤਿਕਾਰ ਕਰਦਾ। ਤਾਂ 2 ਘੜੀਆਂ ਸੰਗਤ ਦੀਆਂ ਮੈਂ ਕਰਦਾ ਸੰਗਤ। ਮੇਰਾ ਸੰਗਤ ਬਗੈਰ ਜੀਵਨ ਥੋਥਾ ਜਿਹਾ ਸਮਝਦਾ, ਬੇਸਵਾਦਾ ਸਮਝਦਾ। ਮੈਂ ਸੰਗਤ ਕਰਦਾ ਹਾਂ। 2 ਘੜੀਆਂ ਸੰਗਤ ਦਾ ਫਲ ਮੈਂ ਤੈਨੂੰ ਦਿੰਦਾ ਹਾਂ। ਕਹਿੰਦੇ ਟੀਚਰ ਕਰਦੇ ਤੁਸੀਂ ਟੀਚਰ। ਕਿੱਥੇ 47,000 ਵਰੇ ਤਪ, ਕਿੱਥੇ 2 ਘੜੀ ਸੰਗਤ। ਉਹ ਕਹਿੰਦੇ ਵਾਹ ਜੀ ਵਾਹ, ਤੈਨੂੰ ਸੰਗਤ ਦਾ ਪਤਾ ਹੀ ਨਹੀਂ, ਸੰਗਤ ਦੇ ਫਲ ਦਾ ਪਤਾ ਹੀ ਨਹੀਂ। ਕਹਿੰਦੇ ਮੈਨੂੰ ਤਾਂ ਲੱਗਦਾ ਨਹੀਂ, ਮੈਂ ਸਮਝਦਾ ਮੇਰਾ ਫਲ ਭੁੱਖਾ ਪਿਆਸਾ ਰਹਿ ਕੇ ਮੈਂ ਕਰਦਾ। ਸੰਗਤਾਂ ਸਭ ਕਈ ਕਹਿੰਦੇ ਨਿਆਂ ਕਰਾ ਲੈ। ਉੱਤੇ ਚਲੇ ਗਏ। ਜਾ ਸੀ ਭਗਵਾਨ ਨੂੰ ਪੁੱਛਿਆ। ਉਹ ਕਹਿੰਦੇ ਮੈਂ ਸੰਗਤ ਕਿੱਥੇ ਕਰਦਾ, ਮੈਂ ਤਾਂ ਮਾਰ ਹੀ ਜਾਂਦਾ। ਬਰਮ ਵਕਤ ਪੈਦਾ ਕਰੇ ਸੇ ਕਿ ਮੈਂ ਤਾਂ ਰੋਜੀ ਦੇ ਜਾਂਦਾ। ਵਿਸ਼ਨੂੰ ਨੇ ਵੀ ਉਹ ਕਹਿੰਦੇ ਗੱਲ ਹੀ ਨਹੀਂ ਹੈ। ਜਿਹੜਾ ਸ਼ੇਸ਼ਨਾਗ ਹੈ ਬੜੀ ਸੰਗਤ ਕਰਦਾ, ਬਹੁਤ ਜ਼ਿਆਦਾ ਹੀ, ਉਹਨੂੰ ਜ਼ਿਆਦਾ ਪਤਾ ਹੈ। ਤਾਂ ਕਰਕੇ ਉਹਦੇ ਕੋਲ ਜਾ
ਗੁਰਬਾਣੀ ਦਾ ਕਹਿੰਦੀ ਸਾਈਂ ਨਾਮ ਮੋਰ ਕੇਮਨਾ ਕੋਈ ਜਾਣ ਦੋ। ਸੰਗ ਦਾ ਫਲ ਸੇਸਨਾਗ ਕੋਲ ਚਲਾ ਗਿਆ ਵਿਸ਼ਵਾਮਿੱਤਰ। ਕਹਿੰਦੇ ਸੇਸਨਾਗ ਹਾਂ ਜੀ ਇਉਂ ਕਰ ਕੋ ਵਿਚਾਰ ਆਈ ਸੀ ਮੈਂ ਗਿਆ ਸੀ ਵਸਿਸ਼ਠ ਮੁਨੀ ਧਰਮਾਤਮਾ ਕੋਲ ਰੱਬ ਰੂਪ ਕੋਲ। ਉਹਨਾਂ ਨੇ ਮੈਨੂੰ 2 ਕੜੀ ਸੰਗ ਦਾ ਫਲ ਦਿੱਤਾ ਹੈ। ਮੈਂ 47,000 ਵਰ੍ਹੇ ਦਾ ਫਲ ਉਹਨਾਂ ਨੂੰ ਬੇਨਤੀ ਦੁਆਰਾ ਦਿੱਤਾ ਹੈ। 47,000 ਵਰ੍ਹੇ ਦਾ ਤਪ ਦਾ ਫਲ ਜ਼ਿਆਦਾ, 1-2 ਘੜੀ ਦਾ ਫਲ ਜ਼ਿਆਦਾ ਹੈ। ਉਹ ਅੱਛਾ ਸਿਰ ਕੱਢ ਲਿਆ, ਧਰਤੀ ਨਿਰਾਕਾਰ ਕੱਢ ਕੇ ਕਹਿੰਦੇ ਗੱਲ ਹੁਣ ਕਰ। ਕਹਿੰਦੇ ਪਰ ਹੁਣ ਤਾਂ ਸਾਹਮਣੇ ਆ ਗਿਆ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। 2 ਘੜੀ ਸੰਗ ਦੇ ਫਲ ਨਾਲ ਸੇਸਨਾਗ ਨੇ ਫਾੜ ਚ ਨੇਰਾ ਧਰਤੀ ਖੜ ਗਈ ਸੀ। ਇੰਨਾ ਲਾਭ ਹੈ ਸੰਗਤ ਕਰਨ ਦਾ, ਬਹੁਤ ਲਾਭ ਹੈ। ਤਾਂ ਸੰਗਤਾਂ ਬਹੁਤ ਦੂਰ ਦੂਰ ਤੋਂ ਪਰ ਆਉਂਦੀਆਂ, ਲੇਟ ਆਈ ਜਾਂਦੀਆਂ ਵੇਲੇ ਸਿਰ ਆਈਏ ਕੋ ਪੂਰਾ ਲਾਭ ਹੋ ਜੂ। ਮੁੜ ਦੇ ਵਿਚਾਰਾ ਸੁਣਾਂਗੇ ਉਹ ਗੱਲ ਬਣ ਜਾਂਦੀ ਹੈ, ਸੇਂਡ ਚਿੱਤਰ ਬਣ ਜਾਂਦਾ। ਆਪਾਂ ਅੱਧ ਵਿਚਾਲੇ ਜੇ ਅੱਧ ਵਿਚਾਲੇ ਆਈ ਜਾਂਦੇ ਇੰਨੀ ਉਹ ਗੱਲ ਨਹੀਂ। ਪਹਿਲਾਂ ਆਇਆ ਕਰੋ ਅਸੀਂ ਢਿੱਲੇ ਜੇ ਕੁਝ, ਸੱਜੇ ਖੱਬੇ ਤਾਂ ਭੱਜ ਕੇ ਚੱਲਦੇ ਆਂ। ਮਾਈਆਂ ਵੀ ਟੈਬ ਆਹ ਲੇਸਾਂ ਲਾਦੀ ਭੱਜੀ ਜਾਣਗੀਆਂ, ਭੱਜੀ ਪੰਦਿਆ ਤਾਂ ਅੰਤ ਨਹੀਂ। ਇੱਧਰ ਨੂੰ ਮਸਾਂ ਨਿਕਲ ਕੇ ਆਉਂਦੇ ਹਨ। ਜਿੰਨੀ ਵੱਧ ਸੰਗੋ ਉਨਾ ਵੱਧ ਫਲ ਹੈ, ਜਿੰਨਾ ਦੂਰੋਂ ਆਉਣਗੇ ਉਨਾ ਹੀ ਜ਼ਿਆਦਾ ਫਲ ਹੈ। ਬੇਦਵ ਕਰ ਜਗ ਸਦਾ ਜੈ ਦਿਜ ਉਤਮ ਗੋਤ, ਸਾਧ ਨਿਕਟ ਚਾਲੇ ਸੋ ਫਲ ਭਗਵ ਹੋਤ। ਇਹ ਤਾਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੇ ਚੰਗੇ ਸਾਧੂ ਨਾਲ, ਕਰਨੀ ਵਾਲੇ ਸਾਧੂ ਨਾਲ, ਧਰਮਾਤਮਾ ਵਾਲੇ ਪਾਸੇ ਮਿਲਣ ਚਾਹੀਏ। ਕਦਮ ਕਰਦੇ ਸਮੇਤ ਜਗ ਫਲ ਹੈ, ਅਸਮੇਤ ਕਰੋੜ ਰੁਪਇਆ ਲੱਗਦਾ ਸਮੇਤ ਜਗ ਤੇ। ਇੰਨਾ ਲਾਭ ਹੈ, ਜਿੰਨਾ ਦੂਰੋਂ ਆਉਣਗੇ ਓਨਾ ਹੀ ਵੱਡਾ ਲਾਭ ਹੈ। ਪਰ ਵੇਲੇ ਸਰ ਆਈਏ, ਵੇਲੇ ਸਰ ਚੰਗੇ ਜਿਹੇ ਨਹੀਂ ਲੱਗਦੇ, ਲੇਟ ਆਉਂਦੇ ਵੀ ਪੂਰਾ ਰਸ, ਪੂਰੀ ਗੱਲ ਬਣਨੀ ਨਹੀਂ। ਉਦਮ ਕਰ ਲਿਆ ਕਰੋ, ਆਉਣਾ ਤਾਂ ਹੁੰਦਾ ਹੀ ਹੈ। ਕੋਈ ਸਪੇਟ ਕੋਈ ਪਹਿਲਾਂ ਕਰ ਲਿਆ ਕਰੋ। ਇਸ ਕਰਕੇ ਸਾਧ ਸੰਗਤ ਬਿਨ ਤਰਿਆ ਨਾ ਕੋਈ ਤਰਿਆ ਨਹੀਂ ਸਕਦਾ। ਸਾਧ ਸੰਗਤ ਵੀ ਤਰਿਆ ਨਾ ਕੋਹੇ। ਭਉ ਭਾਦ ਭਗਵਾਨ ਨੂੰ ਲਈ ਇੱਥੇ ਲੱਗਣੀ, ਇੱਥੇ ਸੰਗਤ ਵਿੱਚ ਸਾਰੇ ਲੱਗਣੀ ਹੈ। ਸੰਗਤ ਕੋਈ ਤਰਿਆ ਨਹੀਂ। ਜੇ ਲੋੜੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੈ ਬਤਾਈ। ਬਿਨ ਭੈ ਸਾਧ ਸੰਗਤ ਭੈ ਨਹੀਂ ਪੈਦਾ ਹੁੰਦਾ। ਭੈ ਬਗੈਰ ਲੇਵ ਨਹੀਂ ਲੱਗਦੀ, ਲੇਵ ਬਗੈਰ ਗੱਲ ਬਣਨੀ ਨਹੀਂ। ਸਭ ਭਉ ਨਾ ਹੋਵੇ, ਭਾਵ ਬਿਨ ਭਗਤ ਨਾ ਹੋਏ ਤੇਰੀ ਹੋਣੀ ਨਹੀਂ। ਜਿਹਨੇ ਭਗਤੀ ਕਰਨੀ ਹੈ, ਡਰ ਭੈ ਪ੍ਰੇਮ ਆਦਿ ਇੱਥੇ ਹੀ ਲੱਗਣਾ ਹੈ। ਤਾਂ ਕਰਕੇ ਚਰਨ ਵਿੱਚ ਬੇਨਤੀ ਹੈ, ਬੋਪਾ ਰਾਏ ਮਾਨ ਉੱਚ ਭਗਤੀ ਜਿਨ੍ਹਾਂ ਨੇ ਇੱਥੇ ਬੜੇ ਜਾਪ ਕੀਤੇ ਹਨ। ਸਾਲਾਨਾ ਵਰਸੀ ਕੱਲ੍ਹ ਤੇ ਸ਼ੁਰੂ ਹੋ ਰਹੀ ਹੈ। 3 ਦਿਨ ਦੀਵਾਨ ਸਜਣੇ ਹਨ। ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ। ਜਿਨ੍ਹਾਂ ਦੇ ਮਨ ਬਣੇ ਹੋਏ ਹਨ, ਸਦਾਈ ਕਰਾਣੀ ਜਾਂ ਕਾਰ ਵਿਸਰ ਗਏ ਗ੍ਰਹਿਣ ਕਰਨੇ, ਜਾਂ ਕੋਈ ਕ੍ਰਹਿਤ ਕੋਈ ਹੋਈ ਬਖਸ਼ਾਉਣਾ ਹੈ। ਦਰਬਾਰ ਸਾਹਿਬ ਦੇ ਪਹਿਰੇਦਾਰਾਂ ਕੋਲ ਨਾਮ ਲਿਖਾ ਦਿਓ। ਹਰ ਕੋਲ ਗੱਡੀਆਂ ਗੁੱਡੀਆਂ ਨਹੀਂ, ਜੇ ਕੋਈ ਜਗਾੜ ਬਣੋ, ਕੋਈ ਜ਼ਿਆਦਾ ਹੋਣਗੇ ਗੱਡੀਆਂ ਦਾ ਇੰਤਜ਼ਾਮ ਲੈ ਜਾਣ ਦਾ ਹੋ ਜਾਊਗਾ। ਦੇ ਗੁਰੂ ਘਰ ਤੋਂ ਬਣ ਜਾਂਦੀ ਹੈ। ਕਕਾਰਾਂ ਦਾ ਪੂਰਾ ਪ੍ਰਬੰਧ ਹੋਊਗਾ। ਭਿੰਡਰਾਂ ਨੇੜੇ ਇੱਥੇ ਦੇ ਵੀ ਲੈ ਸਕਦੇ ਨੇ, ਉੱਥੇ ਭਿੰਡਰਾਂ ਵਾਲੀ ਕਿਰਪਾਨਾਂ ਵੀ ਹੋਣਗੀਆਂ। ਜਿਹੜੇ ਨਹੀਂ ਕੋਈ ਖਰੀਦ ਸਕਣਗੇ ਫਿਰ ਹੀ ਘਰ ਵੀ ਦਿੱਤੇ ਜਾਣਗੇ। ਜਿਸ ਕੋ ਨਦਰ ਕਰੇ, ਉਹ ਪੂਰਬਲੇ ਕਰਮ ਦਾ ਪ੍ਰੇਰਾ ਹੋਇਆ ਪਰਮਾਤਮਾ। ਨਦਰ ਐਵੇਂ ਤਾਂ ਨਹੀਂ ਹੁੰਦੀ। ਚੰਗੇ ਪੂਰਬਲੇ ਕਰਮ ਦਾ ਬਿਨਾਂ ਤੇ ਉੱਤੇ ਆਮਿਆ ਨੀਗਾ।
ਮਿਹਰ ਦਇਆ ਕਰਦਾ, ਨਾਦਰ ਕਰਦਾ, ਨਾਦਰ ਨਾਲ ਤੱਕਦਾ ਹੈ। ਦਾਨਕ ਮੰਗੈ ਦਰਸ ਦਾਨ। ਉਹਨਾਂ ਦੇ ਕਰ ਕਹਿੰਦੇ ਸੱਚੇ ਪਾਤਸ਼ਾਹ, ਹੋਰ ਤਾਂ ਸਰੀ ਜਾਂਦਾ, ਸਾਰਾ ਕੁਝ ਠੀਕ ਹੈ, ਇੱਕ ਗੱਲ ਦੇ ਦਿਓ, ਮਨੁੱਖ ਸਿਰ ਵਿੱਚ ਹੋ ਸਕਦੀ ਹੈ। ਦੇਣ ਨੂੰ ਕੋਈ ਨਹੀਂ ਮੰਗਤਾ ਹੈ, ਜੇ ਦੇਣ ਜੋਗਾ ਹੋਇਆ ਕਿਉਂ ਮੰਗਦਾ, ਫਿਰ ਵੇਖਿਆ ਕਿਉਂ ਮੰਗੇ। ਸਾਡੇ ਨੇ ਕਰਮ ਤਾਂ ਅੱਛੇ ਹੈ ਨਹੀਂ, ਪਰ ਖਰੈਤ ਮੰਗਦੇ, ਖਰੈਤ ਸਰਦਾ ਝੋਲੀ ਅੱਡ ਕੇ ਦਰਸ਼ਨ ਦਾ ਦਾਨ ਦੇ ਦਿਓ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਦਰਸ਼ਨ ਦੇ ਦਿਓ। ਤੰਨੇ ਵਾਂਗ ਅਸੀਂ ਨਹੀਂ ਗਊਆਂ ਗਊਆਂ ਚਰਾ ਹਾਲ ਨਹੀਂ ਬਹਾਣੇ, ਕਬੀਰਾ ਅਸੀਂ ਕੋਈ ਜਗ ਜੁਗ ਨਹੀਂ ਕਰਾਣੇ, ਨਾਮਦੇਵ ਅਸੀਂ ਕੋਈ ਛਪੜੀ ਛਪੜੀ ਨਹੀਂ ਬਣਾਣੀ। ਕਿਰਪਾ ਕਰਕੇ ਤਾਂ ਸਵਾਨ ਹੋ ਕੇ ਦਰ ਦੇ ਭੀਖ ਸਮਝ ਕੇ ਖਰੈਤ ਪਾ ਦਿਓ, ਮਿਹਰ ਕਰ ਦਿਓ। ਸਖਿਆਤ ਰੂਪ ਵਿੱਚ ਦਰਸ਼ਨ ਦਾਰੇ ਬਖਸ਼ੋ, ਮਹਾਰਾਜ ਕਿਰਪਾ ਕਰਨ। ਜੇ ਦਰਸ਼ਨੇ ਹੋ ਗਏ, ਹੋਰ ਕੀ ਚਾਹੀਦਾ। ਇੱਕ ਵਾਰ ਹੋਏ ਦਰਸ਼ਨ ਜਾ ਕੋ ਦੇਖਣ ਯੋਗ ਰਹਿਣ ਨਹੀਂ ਫੁੰਡ ਤਾਕੋ। ਉਹ ਜਿਹਨੇ ਰੱਬ ਦੇ ਦਰਸ਼ਨ ਕਰ ਲਏ ਉਹਨੂੰ ਹੋਰ ਕੀ ਹੈ। ਭੁੱਖਾਂ ਰਹਿ ਗਈਆਂ, ਜਾਨਵਰ ਦੀ ਨਿਵਰਤੀ ਹੈ। ਸੋ ਆਈ ਸੰਗ ਦਾ ਕਿਰਪਾ ਕਰੋ ਹਰੇ। ਉਹ ਮਿਹਰ ਕਰਦੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ। ਤੇਰੀ ਚੇਤਨ ਸੱਤਾ ਨਾਲ ਕੇ ਹਰੇ ਭਰੇ ਆ। ਤੇਰੀ ਚੇਤਨ ਸੱਤਾ ਬਗੈਰ ਹਰੇ ਭਰੇ ਹੋ ਹੀ ਨਹੀਂ ਸਕਦੇ। ਪਰ ਫੁੱਲਤ ਹੈ ਚਾਰੇ ਖਾਣੀਆਂ ਸਭ ਮਹਾਰਾਜ ਸੱਚੇ ਪਾਤਸ਼ਾਹ। ਸਮੁਦਾਇ ਸਭ ਸੰਸਾਰ ਵਿਸ਼ਵ ਤੇਰੀ ਚੇਤਨ ਸੱਤਾ ਨਾਲ ਹਰੇ ਭਰੇ ਹਨ। ਕਿਰਪਾ ਕਰ ਸਾਨੂੰ ਸਮੱਤ ਬਖਸ਼ਣ। ਜਿਨ੍ਹਾਂ ਨੇ ਅਜੇ ਤੱਕ ਦੀ ਦਾਤ ਨਹੀਂ ਲਈ, ਸੁਨਹਿਰੀ ਅਵਸਰ ਹੈ। ਬਪਾਰਾਈ 4 ਫਗੁਣਾ ਅੰਮ੍ਰਿਤ ਦਾ ਬਾਟਾ ਹੋ ਰਿਹਾ ਹੈ। ਕਰਹਿਤ ਇੱਕ ਬਹੁਤ ਬੁਰੀ ਚੀਜ਼ ਹੈ। ਲੋਕ ਲੱਜਾ ਪੈ ਕੇ ਕਰਹਿਤੀ ਆ ਕੇ ਬਖਸ਼ ਨਹੀਂ ਦਾ। ਮਹਾਂਪੁਰਖ ਉੱਚ ਵਿਅਕਤੀ ਸੰਤ ਗੁਰਬਖਸ਼ ਖਾਲਸਾ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਕਰਹਿਤੀ ਆ ਲੱਜਿਆ ਵਾਣ ਜਾ ਹੋ ਕੇ ਨਹੀਂ ਨਾ ਸਦਾਈ ਕਰਾਉਂਦਾ, ਅੱਗੇ ਨਹੀਂ ਬਖਸ਼ਿਆ ਜਾਣਾ। ਜਿਹਨਾਂ ਨੇ ਕਕਾਰਾਂ ਦੀ ਬੇਅਦਬੀ ਕਰ ਲਾ ਤੇ ਗਲਤੀ ਹੈ। ਸਮਾਂ ਹੈ, ਮਨੁੱਖ ਸਰੀਰ ਹੈ, ਇਹਨਾਂ ਗਲਤੀਆਂ ਭੁੱਲਾਂ ਨੂੰ ਬਖਸ਼ਵਾ ਲਈਏ। ਦਇਆ ਕਰ ਮਹਾਰਾਜ ਸੱਚੇ ਪਾਤਸ਼ਾਹ। ਦਰਸ਼ਨ ਦਾ ਦਾਨ ਬਖਸ਼ਣ। ਇੰਨੀ ਸਾਡੀ ਕਮਾਈ ਘਾਲਣਾ ਹੈ ਨਹੀਂ, ਇੰਨੀ ਵਾਸਤਾ ਹੈ ਨਹੀਂ। ਮੰਗਤਾ ਹੋ ਕੇ ਦਾਨ ਮੰਗਦੇ ਆ। ਕਲਗੀਧਰ ਜੀ ਆਪਦੇ ਪਾਵਨ ਪਵਿੱਤਰ ਦਰਸ਼ਨ ਬਖਸ਼ੋ। ਬੜਿਆਂ ਨੂੰ ਦਰਸ਼ਨ ਦਿੱਤੇ, ਭਗਤਾਂ ਨੂੰ ਨਾਮ ਦੇਣ ਨੂੰ, ਕਬੀਰ ਨੂੰ ਬੜੇ ਦਰਸ਼ਨ ਦਿੱਤੇ ਹਨ। ਇਸ ਤਰ੍ਹਾਂ ਕਿਰਪਾ ਕਰਕੇ ਸਾਨੂੰ ਵੀ ਹਰਿਦੇ ਝੋਲੇ ਦਰਸ਼ਨ ਦਾ ਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ।